ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੜੀ ਛੰਦ। ਜੋ ਜੜ ਜੰਗਮ ਕੋ ਦੇਤ ਦਾਨ, ਜਿਹ ਦੇਵ ਦੈਤ ਜਾਚੇ ਮਹਾਨ। ਬ੍ਰਹਮੰਡ ਖੰਡ ਜਿਨ ਸਿਰਜ ਦੀਨ, ਤਿਹ ਸਿਮਰ ਹੋਏ ਸਭ ਕਸ਼ਟ ਸ਼ੀਨ। ਜੋ ਜੜ ਜੰਗਮ ਕੋ ਦੇਤ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਹਨ, ਜਿਨ੍ਹਾਂ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸ ਕਲਯੁਗ ਦੇ ਸਮੇਂ ਵਿੱਚ ਸਾਡੇ ਜੀਵਾਂ 'ਤੇ ਤਰਸ ਕੀਤਾ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਕਾਲ ਪੁਰਖ ਜੀ ਰੂਪ ਧਾਰ ਕਰਕੇ ਇਸ ਕਲਯੁਗ ਦੇ ਸਮੇਂ ਵਿੱਚ ਮਨੁੱਖ ਸਰੀਰ ਵਿੱਚ ਆ ਕੇ ਬਖਸ਼ਿਸ਼ਾਂ ਕੀਤੀਆਂ ਹਨ। ਅਵਤਾਰ ਧਾਰਨ ਤੋਂ ਲੈ ਕੇ ਸਤਿਗੁਰਾਂ ਨੇ ਅਨੇਕਾਂ ਹੀ ਪ੍ਰਾਣੀਆਂ ਦਾ ਉਧਾਰ ਕੀਤਾ ਹੈ। ਪਰ ਹਜ਼ੂਰ ਨੇ ਜਿੱਥੇ ਵੀ ਬਖਸ਼ਿਸ਼ ਕੀਤੀ ਹੈ, ਤਕਰੀਬਨ ਧੁਰਕੀ ਬਾਣੀ ਦਾ ਸ਼ਬਦ ਉਚਾਰਨ ਕਰਕੇ ਹੀ ਕਿਸੇ ਦਾ ਉਧਾਰ ਕੀਤਾ ਹੈ, ਉਪਦੇਸ਼ ਬਖਸ਼ਿਆ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਨਾਮ ਕੀਰਤਨ ਨਾਲ ਜੋੜ ਕਰਕੇ ਜੀਵਾਂ ਦਾ ਕਲਿਆਣ ਕਰ ਰਹੇ ਨੇ। ਜਗਨਨਾਥ ਦਾ ਮੰਦਰ ਹੈ, ਨਾਮ ਉਸ ਦਾ ਰੱਖਿਆ ਹੋਇਆ ਜਗਨਨਾਥ ਮੰਦਰ। ਔਰ ਉਸ ਮੰਦਰ ਦੇ ਵਿੱਚ ਭਗਵਾਨ ਕ੍ਰਿਸ਼ਨ ਮਹਾਰਾਜ ਅਤੇ ਤਿੰਨਾਂ ਦੇ ਭਰਾਤਾ ਬਲਰਾਮ ਜੀ ਦੀਆਂ ਮੂਰਤੀਆਂ ਬਣਾ ਕਰਕੇ ਉਹਨਾਂ ਦਾ ਪੂਜਨ ਕੀਤਾ ਜਾਂਦਾ ਹੈ। ਆਰਤੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉੱਥੇ ਗਏ ਨੇ। ਸੰਧਿਆ ਦੇ ਵਕਤ ਉੱਥੋਂ ਦੇ ਪੁਜਾਰੀ ਪੰਡੇ ਲੋਕਾਂ ਨੇ ਜਦੋਂ ਆਰਤੀ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਉੱਥੇ ਪਹੁੰਚੇ ਨੇ, ਬੈਠੇ ਨੇ। ਇਹਨਾਂ ਲੋਕਾਂ ਨੇ ਆਰਤੀ ਕੀਤੀ ਹੈ ਭਗਵਾਨ ਦੀ।
ਸੋ ਦੀਵੇ ਵਾਲੇ ਨੇ ਸੋ ਬੜੇ ਘੜਿਆਲ ਆਦਿਕ ਸੰਖ ਪੂਜ ਕਰਕੇ ਆਰਤੀ ਗਾਇਨ ਕੀਤੀ। ਖੜੇ ਹੋ ਕੇ ਗੁਰੂ ਨਾਨਕ ਸਾਹਿਬ ਬੈਠੇ ਰਹੇ ਨੇ। ਹਜ਼ੂਰ ਨੂੰ ਤੱਕ ਕਰਕੇ ਇਹਨਾਂ ਲੋਕਾਂ ਦੇ ਵਿੱਚ ਕੁਛ ਨਾਰਾਜ਼ਗੀ ਆਈ। ਸਤਿਗੁਰਾਂ ਨਾਲ ਬਚਨ ਬਿਲਾਸ ਕੀਤੇ। ਸਤਿਗੁਰੂ ਜੀ ਨੇ ਅਕਾਲ ਪੁਰਖ ਜਿੱਡਾ ਵੱਡਾ ਸਮਰੱਥ ਵੈਰਾਟ ਰੂਪ ਹੈ, ਉਤਨੀ ਹੀ ਵੱਡੀ ਉਸ ਦੀ ਆਰਤੀ ਦਾ ਬ੍ਰਹਮੰਡੀ ਵਾਹਿਗੁਰੂ ਦਾ ਕੀਰਤਨ ਜੋ ਹੋ ਰਿਹਾ ਹੈ, ਉਸ ਦਾ ਹਜ਼ੂਰ ਜੀ ਨੇ ਵਿਖਿਆਨ ਕਰਦੇ ਹੋਏ ਆਰਤੀ ਦਾ ਸ਼ਬਦ ਉਚਾਰਨ ਕੀਤਾ। ਤੇ ਇਸ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕੀਤੀ ਹੈ। ਕਵੀ ਜੀ ਨੇ ਯਤਨ ਕੀਤਾ ਹੈ, ਗੁਰੂ ਸ਼ਬਦ ਦਾ ਪ੍ਰਭਾਵ ਪਸ਼ੂਆਂ ਪੰਛੀਆਂ 'ਤੇ ਵੀ ਅਸਰ ਕਰਦਾ ਹੈ। ਤਾਂ ਇਸ ਪ੍ਰਕਾਰ ਗੁਰੂ ਪਾਤਸ਼ਾਹ ਉਸ ਤੋਂ ਅੱਗੇ ਚੱਲੇ ਨੇ। ਕਿਸੇ ਇੱਕ ਟਿਕਾਣੇ 'ਤੇ ਜਾ ਬੈਠੇ ਹਨ। ਖੁਸ਼ੀ ਵਿੱਚ ਆ ਕੇ ਹਜ਼ੂਰ ਨੇ ਹੁਕਮ ਕੀਤਾ, ਮਰਦਾਨਾ ਰਬਾਬ ਵਜਾਓ। ਬੜੇ ਸੁੰਦਰ ਉੱਚੀ ਸੁਰ ਦੇ ਵਿੱਚ ਸ਼ਬਦ ਦਾ ਗਾਇਨ ਹੋਇਆ। ਤਾਂ ਮਰਦਾਨਾ ਕੀ ਤੱਕਦਾ ਹੈ? ਇੱਕ ਮੁਰਦਾ ਲਾਸ਼ ਪਈ ਹੋਈ ਮਨੁੱਖ ਦੀ। ਭੁੱਖਾ ਬਘਿਆੜ ਆਇਆ ਹੈ ਖਾਣ ਵਾਸਤੇ, ਪਰ ਉਸ ਨੂੰ ਸੁੰਘ ਕਰਕੇ ਮੁੜ ਜਾਂਦਾ ਹੈ। ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਬਘਿਆੜ ਭੁੱਖਾ ਸੀ, ਆਇਆ ਸੀ ਮੁਰਦਾ ਖਾਣ ਲਈ, ਖਾਧਾ ਨਹੀਂ? ਗੁਰੂ ਸਾਹਿਬ ਨੇ ਦੱਸਿਆ ਕਿ ਮਰਦਾਨਾ, ਜੋ ਤੁਰਕੀ ਬਾਣੀ ਦਾ ਸ਼ਬਦ ਗਾਇਆ ਗਿਆ ਇਸ ਨੇ ਸੁਣਿਆ ਔਰ ਪਰਮੇਸ਼ਵਰ ਨੇ ਕਿਰਪਾ ਕੀਤੀ ਹੈ। ਇਸ ਸ਼ਬਦ ਦੇ ਸੁਣਨ ਦੇ ਨਾਲ ਇਸ ਦੀ ਸ਼ੁੱਧ ਬੁੱਧੀ ਹੋਈ ਹੈ। ਅਰੇ ਪਸ਼ੂ ਬਘਿਆੜ ਜਿਹੜਾ ਹੈ, ਇਸ ਨੇ ਇਸ ਮਨੁੱਖ ਨੂੰ ਤੱਕਿਆ ਹੈ। ਉਸ ਨੇ ਦੇਖਿਆ ਇਹ ਸਾਕਤ ਪੁਰਸ਼ ਜਿਸ ਨੇ ਕਦੇ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ, ਇਸ ਕਰਕੇ ਪਾਪਾਂ ਕਰਕੇ ਮਲੀਨ ਹੋਈ ਹੋਈ ਇਹ ਦੇਹ ਜਿਹੜੀ ਹੈ, ਭਾਵੇਂ ਮੁਰਦਾ ਹੈ, ਪਰ ਉਸ ਨੇ ਸਵੀਕਾਰ ਨਹੀਂ ਕੀਤਾ ਕਿ ਮੈਂ ਇਸ ਦਾ ਭੋਜਨ ਕਰਾਂ। ਉਸ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਇਹੋ ਜਿਹੇ ਮਾੜੇ ਖਾਣਿਆਂ ਦੇ ਨਾਲ ਬੁੱਧੀ ਪਲੀਤ ਹੁੰਦੀ ਹੈ, ਪਰਮੇਸ਼ਵਰ ਤੋਂ ਪ੍ਰਾਣੀ ਦੂਰ ਜਾਂਦਾ, ਇਸ ਲਈ ਮੁੜ ਗਿਆ ਹੈ। ਅੱਗੇ ਗਏ ਨੇ ਹਜ਼ੂਰ ਪਾਤਸ਼ਾਹ ਜੀ। ਸੋ ਭਿਆਨਕ ਜੰਗਲ ਵਿੱਚ ਜਾ ਬੈਠੇ ਹਜ਼ੂਰ ਪਾਤਸ਼ਾਹ। ਤੋ ਕਵੀ ਜੀ ਨੇ ਇੱਥੇ ਕਲਯੁੱਗ ਦਾ ਪ੍ਰਸੰਗ ਸਤਿਗੁਰਾਂ ਦੀ ਪਰਖ ਦਾ ਲਿਖਿਆ ਪਈ। ਕਲਯੁੱਗ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉੱਥੇ ਪਰਖ ਕੀਤੀ ਹੈ। ਤਾਂ ਕਵੀ ਜੀ ਨੇ ਇਸ ਪ੍ਰਕਾਰ ਸੋ ਭਾਈ ਸਾਹਿਬ ਜੀ ਹੁਣਾਂ ਨੇ, ਡਾਕਟਰ ਭਾਈ ਵੀਰ ਸਿੰਘ ਜੀ ਹੁਣਾਂ ਨੇ ਇੱਥੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਕਿ ਇਸ ਪ੍ਰਕਾਰ ਬਾਕੀ ਦੇ ਧਰਮਾਂ ਦੇ ਵਿੱਚ ਵੀ, ਕਿਉਂਕਿ ਆਮ ਤੌਰ 'ਤੇ ਜਦੋਂ ਸਤਿਗੁਰੂ ਜੀ ਦੇ ਇਹੋ ਜਿਹੇ ਪ੍ਰਸੰਗ ਆਉਂਦੇ ਨੇ ਇਤਿਹਾਸ ਦੇ ਵਿੱਚ, ਤੇ ਬਹੁਤ ਲੋਕ ਜਿਹੜੇ ਨੇ ਕਈ ਪ੍ਰਕਾਰ ਦੀਆਂ ਤਰਕਾਂ ਕਰਨ ਲੱਗ ਪੈਂਦੇ ਨੇ, ਭਾਈ ਜੀ ਕਲਯੁੱਗ ਆਇਆ, ਇਹੋ ਜਿਹੇ ਰੂਪ 'ਚ ਆਇਆ ਹੈ ਤੇ ਕਿੱਦਾਂ ਆ ਗਿਆ। ਤਾਂ ਡਾਕਟਰ ਭਾਈ ਵੀਰ ਸਿੰਘ ਜੀ ਹੁਣਾਂ ਨੇ ਇਸ ਪ੍ਰਸੰਗ ਦੇ ਉੱਤੇ ਬੜਾ ਸੁੰਦਰ ਜਿਹੜਾ ਭਰਿਆ ਲਿਖਿਆ ਹੈ। ਉਹਨਾਂ ਇਸ ਪ੍ਰਕਾਰ ਜ਼ਿਕਰ ਕੀਤਾ ਕਿ ਜਗਤ ਵਿੱਚ ਪ੍ਰਗਟ ਹੋਏ ਅਵਤਾਰਾਂ ਤੇ ਭਗਤੀ ਵਿੱਚ ਉੱਚੇ ਲੋਕਾਂ ਦੀ ਪ੍ਰੀਖਿਆ ਮਾਇਆ ਵੱਲੋਂ, ਕਲਯੁੱਗ ਵੱਲੋਂ, ਸ਼ੈਤਾਨ ਵੱਲੋਂ ਹੋਈ ਲਗਭਗ ਸਾਰੇ ਮਤਾਂ ਵਿੱਚ ਹੈ, ਭਾਵ ਸਾਰੇ ਧਰਮਾਂ ਵਿੱਚ ਇਹ ਜ਼ਿਕਰ ਆਉਂਦਾ ਹੈ। ਈਸਾ ਨੂੰ ਸ਼ੈਤਾਨ ਨੇ ਪਰਖਿਆ ਲਿਖਿਆ ਹੈ। ਉਹਨਾਂ ਦੱਸਿਆ ਭਈ ਮਤੀ ਅੰਜੀਰ ਜੋ ਹੈ ਬਾਬ ਚੌਥਾ ਆਇਤ 1 ਤੋਂ 11 ਤੱਕ, ਉਹਦੇ ਵਿੱਚ ਇਹ ਜ਼ਿਕਰ ਹੈ ਕਿ ਈਸਾ ਜੀ ਦੀ ਸ਼ੈਤਾਨ ਨੇ ਕਿਸ ਤਰ੍ਹਾਂ ਪਰਖ ਕੀਤੀ। ਬਗਦਾਦ ਦੇ ਪੀਰਾਨ ਪੀਰ ਮਹੀਉਦੀਨ ਦੀ ਪ੍ਰੀਖਿਆ ਹੋਈ। ਮੁਹੰਮਦ ਸਾਹਿਬ ਦੀ ਮਿਹਰਾਜ ਵਾਲੀ ਰਾਤ ਨੂੰ, ਅਤੇ ਕਬੀਰ ਜੀ ਨੇ ਤਾਂ ਆਪਣੀ ਬਾਬਤ ਆਪ ਹੀ ਲਿਖਿਆ ਹੈ, ਯਥਾ ਕਬੀਰ ਆਈ ਮੁਝੇ ਪੈ ਅਨਕਨ ਕਰ ਭੇਸ, ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਇਸੇ ਤਰ੍ਹਾਂ ਬੁੱਧ ਜੀ ਆਦਿਕਾਂ ਦੀ ਪ੍ਰੀਖਿਆ ਦੇ ਜ਼ਿਕਰ ਹਨ। ਸੋ ਜਾਪਦਾ ਹੈ ਕਿ ਅਵਤਾਰਾਂ, ਮਹਾਂਪੁਰਖਾਂ, ਗੁਰਮੁਖਾਂ, ਸੰਤਾਂ ਸਭ ਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਬਦੀ ਵੱਲੋਂ ਪ੍ਰੀਖਿਆ ਹੁੰਦੀ ਹੈ ਕਿ ਅਡੋਲ ਰਹਿੰਦੇ ਹਨ ਕਿ ਨਹੀਂ। ਇਹ ਕੋਈ ਆਤਮ ਭੁਲੇਵੇ ਪੈਂਦੇ ਹਨ, ਸਮਰਥਕ ਕੁਛ ਭਾਸ਼ਦਾ ਹੈ, ਜਾਂ ਉਹ ਕੋਈ ਪ੍ਰਭਾਵ ਹੁੰਦਾ ਹੈ, ਜਾਂ ਕਿਸੇ ਮੰਡਲ ਵਿੱਚ ਪ੍ਰਭਾਵ ਵੀ ਜੀਵਨ ਰੱਖਦੇ ਹਨ। ਚਾਹੋ ਕੁਛ ਹੋਵੇ, ਪਰੰਤੂ ਇਸ ਪ੍ਰਕਾਰ ਦੇ ਪਰਤਾਵੇ ਆਉਂਦੇ ਹਨ ਤੇ ਸਾਈਂ ਪਿਆਰੇ ਉਹਨਾਂ ਦੇ ਅਸਰ ਤੋਂ ਬਚਦੇ ਹਨ। ਕਲਯੁੱਗ ਇੱਥੇ ਨਾ ਕਾਮਯਾਬ ਹੁੰਦਾ ਹੈ ਤੇ ਸਤਿਗੁਰੂ ਜੀ ਨੂੰ ਹਿਲਾ ਨਹੀਂ ਸਕਦਾ। ਸ਼ੈਤਾਨ ਨੂੰ ਜੀਕੂ ਰੱਬ ਦਾ ਸ਼ਰੀਕ ਤੇ ਪੱਕਾ ਵਜੂਦ ਵਾਲਾ ਈਸਾਈਆਂ, ਮੁਸਲਮਾਨਾਂ, ਯਹੂਦੀਆਂ ਨੇ ਮੰਨਿਆ ਹੈ। ਇਸ ਤਰ੍ਹਾਂ ਗੁਰਬਾਣੀ
ਰੱਬ ਦੇ ਸਿਵਾ ਉਸ ਦੀ ਕੋਈ ਸ਼ਰੀਕ ਜਾਂ ਮੁਖਾਲਫ ਹਸਤੀ ਦੀ ਕਾਇਲ ਨਹੀਂ। ਜੈਸੇ ਕਲਯੁਗ ਬਾਬਤ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਹੈ, ਜੋ ਇਸੇ ਉਤਰਾਰਧ ਦੇ ਨਵੇਂ ਅਧਿਆਇ ਵਿੱਚ ਅੰਕ 22 ਤੋਂ ਅੱਗੇ ਹੈ, ਜਿਸ ਵਿੱਚ ਇਸ ਨੂੰ ਇੱਕ ਸੱਚੀ ਮੁੱਚੀ ਦੀ ਕੋਈ ਸਾਈਂ ਦੀ ਸ਼ਰੀਕ ਹਸਤੀ ਨਹੀਂ ਮੰਨਦੇ, ਪਰੰਤੂ ਇੱਕ ਪ੍ਰਭਾਵ ਜਾਂ ਭੈੜੇ ਲੱਛਣਾਂ, ਭੈੜੀਆਂ ਰੁਚੀਆਂ ਦਾ ਵਰਤਾਰਾ ਦੱਸਦੇ ਹਨ। ਇਸੇ ਤਰ੍ਹਾਂ ਭੈੜੀਆਂ ਗੱਲਾਂ ਵਰਤਾਵੇ ਨੂੰ ਸ਼ੈਤਾਨ ਦੱਸਦੇ ਹਨ। ਨਾਨਕ ਆਖੈ ਰਾਹੋ ਇਹੋ, ਹੋਰ ਗੱਲਾਂ ਸ਼ੈਤਾਨ। ਤੋਂ ਭਾਵ ਕਿ ਜਿਸ ਤਰ੍ਹਾਂ ਕਲਯੁਗ ਨੇ ਆਣ ਕੇ ਗੁਰੂ ਸਾਹਿਬ ਦੀ ਪਰਖ ਕੀਤੀ ਹੈ, ਭਾਈ ਸਾਹਿਬ ਜੀ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ। ਜੋ ਵੀ ਪੀਰ, ਪੈਗੰਬਰ, ਅਵਤਾਰ, ਗੁਰੂ ਲੋਕ ਦੁਨੀਆ 'ਚ ਆਉਂਦੇ ਨੇ, ਸੰਤ ਭਗਤ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲੇ ਜੋ ਵੀ ਛੋਟੇ ਵੱਡੇ ਪਰਮੇਸ਼ਵਰ ਦੇ ਸ਼ਰਧਾਲੂ ਲੋਕ ਨੇ, ਜਦੋਂ ਉਸ ਦੀ ਬੰਦਗੀ ਵਿੱਚ ਜੁੜਦੇ ਹਨ ਤਾਂ ਇਸ ਤਰੀਕੇ ਦੇ ਨਾਲ ਇਹ ਬੁਰਾਈਆਂ ਜਾਂ ਇਹਨਾਂ ਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ, ਉਹ ਪਰਖਾਂ ਕਰਦੇ ਨੇ। ਜਿਹੜੇ ਫਿਰ ਅਡੋਲ ਰਹਿੰਦੇ ਨੇ, ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਕਰਦੇ ਨੇ, ਉਹਨਾਂ ਨੂੰ ਫਿਰ ਪੁਗਾ ਲੈਂਦੇ ਨੇ, ਆਪਣੇ ਸਰੂਪ ਦੇ ਵਿੱਚ ਅਭੇਦਤਾ ਬਖਸ਼ਦੇ ਨੇ। ਤਾਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਇੱਥੋਂ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ, ਕਲਯੁਗ ਸ਼ਰਨ ਵਿੱਚ ਆਇਆ, ਗੁਰੂ ਪਾਤਸ਼ਾਹ ਦੀ ਈਨ ਮੰਨੀ ਹੈ। ਗੁਰੂ ਸਾਹਿਬ ਨੇ ਸ਼ਰਤਾਂ ਮਨਾਈਆਂ ਨੇ ਕਿ ਜਿੱਥੇ ਸਾਡਾ ਕੋਈ ਵੀ ਗੁਰੂ ਦਾ ਸਿੱਖ ਨਾਮਦਾਨ ਇਸ਼ਨਾਨ ਦਾ ਦ੍ਰਿੜ ਹੋਵੇ, ਸਾਡਾ ਨਾਮ ਲੈਂਦਾ ਹੋਵੇ, ਜਿੱਥੇ ਗੁਰੂ ਦੀ ਸੰਗਤ ਜੁੜੀ ਹੋਵੇ, ਉੱਥੇ ਤੂੰ ਕੋਈ ਆਪਣਾ ਮਾੜਾ ਅਸਰ ਨਹੀਂ ਪਾਉਣਾ, ਆਪਣੀਆਂ ਬੁਰਾਈਆਂ ਦਾ ਪਸਾਰਾ ਨਹੀਂ ਕਰਨਾ, ਤੇ ਪ੍ਰਤਾਪ ਤੇਰਾ ਹੋਵੇਗਾ। ਇਸ ਤਰ੍ਹਾਂ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਜੋ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਕਲਯੁਗ ਦੇ ਦੋ ਪੱਖਾਂ ਦਾ ਜ਼ਿਕਰ ਕੀਤਾ ਹੈ। ਇੱਕ ਪਾਸੇ ਕਿਹਾ ਹੈ, ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੇ ਘਰ ਹੋਏ। ਇਹੋ ਜਿਹੀ ਦੀ ਕਰੜੀ ਕਿਰਿਆ ਕਲਯੁਗ ਦੀ, ਇਹਦਾ ਜ਼ਿਕਰ ਹੈ। ਦੂਸਰੇ ਪਾਸੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਹੈ, ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਕਹਿੰਦੇ ਕਲਯੁਗ ਧੰਨ ਹੈ, ਜੇ ਗੁਰੂ ਦੇ ਅਨੁਸਾਰ ਹੋ ਕੇ ਚੱਲੀਏ ਫਿਰ ਇਹ ਧੰਨਤਾ ਦਾ ਪਾਤਰ ਵੀ ਹੈ। ਉਹਦੀ ਫਿਰ ਵਡਿਆਈ ਵੀ ਦੱਸੀ ਹੈ ਕਿ ਸਤਿਯੁਗ ਦੇ ਵਿੱਚ ਲੱਖ ਵਰ੍ਹੇ ਦੀ ਉਮਰ ਸੀ, ਜੋ ਕੋਈ ਜਪ ਤਪ ਕਰਕੇ ਲੱਖ ਵਰ੍ਹੇ ਦੀ ਉਮਰ 'ਚ ਪ੍ਰਾਪਤੀ ਕਰਦਾ ਸੀ। ਤ੍ਰੇਤੇ ਦੇ ਵਿੱਚ ਇਸ ਤਰੀਕੇ ਦੇ ਨਾਲ 10,000 ਵਰ੍ਹੇ ਦੀ ਉਮਰ ਵਿੱਚ ਜੋ ਪ੍ਰਾਪਤੀ ਹੁੰਦੀ ਸੀ, ਔਰ ਦੁਆਪਰ ਵਿੱਚ 1000 ਵਰ੍ਹੇ ਦੀ ਉਮਰ ਸੀ। ਪਿਛਲੇ 3 ਯੁਗਾਂ ਵਿੱਚ ਜੋ ਲੰਮੀਆਂ ਉਮਰਾਂ ਵਿੱਚ ਜੋ ਵੀ ਕੋਈ ਪ੍ਰਾਪਤੀ ਕਰਦਾ ਸੀ, ਕਲਯੁਗ ਦੇ ਅੰਦਰ ਥੋੜ੍ਹਾ ਸਮਾਂ ਪਰਮੇਸ਼ਵਰ ਦੀ ਭਗਤੀ ਕਰਨ ਦੇ ਨਾਲ ਹੀ ਉਹ ਜਿਹੜਾ ਹੈ ਫਲ ਪ੍ਰਾਪਤ ਹੋ ਜਾਂਦਾ ਹੈ। ਇਹੋ ਜਿਹੀਆਂ ਸਿਫਤਾਂ ਦਾ ਜ਼ਿਕਰ ਪ੍ਰਸੰਗ ਵਿੱਚ ਆਇਆ। ਤੇ ਇਸ ਤੋਂ ਉਪਰੰਤ ਮੇਰੇ ਸਤਿਗੁਰੂ ਪਾਤਸ਼ਾਹ ਜੀ ਜੋ ਕਿਰਪਾ ਕੀਤੀ ਹੈ, ਇੱਕ ਐਸਾ ਦੇਸ਼ ਜਿਹਦਾ ਨਾਮ ਲਿਖਿਆ ਕਿ ਮੁਨਾਸਫ ਦੇਸ਼, ਉਸ ਇਲਾਕੇ ਵਿੱਚ ਗਏ ਨੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਜਾ ਕੇ ਇੱਕ ਦਰਖਤ ਦੀ ਛਾਇਆ ਵਿੱਚ ਬੈਠੇ ਨੇ। ਇੱਕ ਗਰੀਬ ਮਰਾਸੀ ਨੇ ਆਣ ਕੇ ਤੱਕਿਆ, ਡੂਮ ਨੇ, ਕੋਈ ਸਾਧੂ ਸੰਤ ਆਏ ਨੇ। ਉਸ ਨੇ ਆਣ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਕੇ ਸਿਫਤ ਕੀਤੀ ਅਤੇ ਕੁਛ ਭਿੱਖਿਆ ਦੀ ਮੰਗ ਕੀਤੀ ਹੈ। ਗੁਰੂ ਪਾਤਸ਼ਾਹ ਨੇ ਇਸ਼ਾਰਾ ਕੀਤਾ, ਉਹ ਸਾਹਮਣੇ ਦਰਖਤ ਹੈ, ਉਸ ਦੇ ਮੁੱਢ ਕੋਲ ਤੱਕ, ਜੋ ਮੰਗੇਗਾ ਤੈਨੂੰ ਮਿਲ ਜਾਓ। ਉਹਨੂੰ ਸੋਨੇ ਦੀ ਮੋਹਰ ਮਿਲੀ। ਗਰੀਬ ਬੰਦੇ ਨੇ ਉਪਮਾ ਕੀਤੀ ਜਾ ਕਰਕੇ ਸਾਰੀ ਨਗਰੀ ਦੇ ਵਿੱਚ। ਗਰੀਬ ਲੋਕ ਆਏ, ਹੌਲੀ ਹੌਲੀ ਗੁਰੂ ਸਾਹਿਬ ਦੀ ਸ਼ੋਭਾ ਫੈਲੀ ਹੈ। ਬਹੁਤ ਲੋਕ ਆਉਣੇ ਸ਼ੁਰੂ ਹੋਏ, ਰਾਜੇ ਤੱਕ ਵੀ ਸ਼ੋਭਾ ਫੈਲ ਗਈ ਹੈ। ਇਸ ਤਰੀਕੇ ਦੇ ਨਾਲ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੋ ਬਖਸ਼ਿਸ਼ ਕੀਤੀ ਹੈ। ਇਸ ਦੇਸ਼ ਦੇ ਵਿੱਚ ਪਹਿਲੇ ਰਾਜੇ ਤੋਂ ਬਿਨਾਂ ਅਕਾਲ ਪੁਰਖ ਪਰਮੇਸ਼ਰ ਕਰਤਾਰ ਨੂੰ ਕੋਈ ਨਹੀਂ ਸੀ ਜਾਣਦਾ। ਸਾਹਿਬ ਗੁਰੂ ਨਾਨਕ ਸਾਹਿਬ ਨੇ ਇਹਨਾਂ ਲੋਕਾਂ ਨੂੰ ਪਰਮੇਸ਼ਵਰ ਦੀ ਯਾਦ ਦਿਲਾਉਣ ਲਈ, ਪਰਮੇਸ਼ਵਰ ਦੀ ਯਾਦ ਵਿੱਚ ਜੋੜਨ ਵਾਸਤੇ ਕਿਰਪਾ ਕੀਤੀ। ਇੱਕ ਖੇਤ ਦੇ ਕਿਨਾਰੇ ਜਾ ਕੇ ਬੈਠੇ ਹਨ, ਤੋ ਬਾਰਿਸ਼ ਨਹੀਂ ਸੀ ਪੈ ਰਹੀ। ਇਹ ਲੋਕ ਰਾਜੇ ਨੂੰ ਆਪਣੇ ਨੂੰ ਸੋ ਭਗਵਾਨ ਦਾ ਰੂਪ ਮੰਨਦੇ ਸਨ। ਜਿਸ ਵੇਲੇ ਬਾਰਿਸ਼ ਨਹੀਂ ਪਈ, ਇਹ ਗਏ ਨੇ ਰਾਜੇ ਦੇ ਕੋਲ। ਰਾਜੇ ਨੇ ਜਿਸ ਤਰ੍ਹਾਂ ਇੰਦਰ ਦੇਵਤੇ ਦੇ ਮੰਤਰ ਪੜ੍ਹਦਾ ਸੀ ਤੇ ਕਹਿੰਦਾ ਸੀ ਮੀਂਹ ਪੈ ਜੂ, ਪੈ ਜਾਂਦਾ ਸੀ, ਹੁਣ ਪਿਆ ਨਹੀਂ। 1 2 3 ਦਿਨ ਗੁਜ਼ਰੇ, ਫਿਰ ਗਏ ਲੋਕ, ਨਹੀਂ ਮੀਂਹ ਪਿਆ। 6 7 ਦਿਨ ਗੁਜ਼ਰ ਗਏ, ਬਾਰਿਸ਼ ਨਹੀਂ ਪਈ। ਜਿਹੜਾ ਗਰੀਬ ਬੰਦਾ ਜਿਸ ਦੇ ਖੇਤ ਦੇ ਕਿਨਾਰੇ ਗੁਰੂ ਨਾਨਕ ਸਾਹਿਬ ਬੈਠੇ ਸਨ, ਨਿਤ ਗੁਰੂ ਕੋਲ ਜਾ ਕਰਕੇ ਬੇਨਤੀਆਂ ਕਰਦਾ, ਝੂਰਦਾ, ਮਹਾਰਾਜ ਕਾਲ ਪੈ ਜਾਊਗਾ, ਫਸਲਾਂ ਸੁੱਕਦੀਆਂ ਜਾ ਰਹੀਆਂ ਨੇ, ਮੀਂਹ ਪੈ ਨਹੀਂ ਰਿਹਾ। ਗੁਰੂ ਸਾਹਿਬ ਨੇ ਪੁੱਛਿਆ ਪਹਿਲਾਂ ਕਿਵੇਂ ਪੈਂਦਾ ਸੀ? ਦੱਸਿਆ ਕਿ ਅਸੀਂ ਰਾਜੇ ਨੂੰ ਬੇਨਤੀ ਕਰਦੇ ਸੀ, ਰਾਜਾ ਮੀਂਹ ਪਵਾ ਦਿੰਦਾ ਸੀ, ਹੁਣ ਪੈਂਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰਕੇ ਤੇ ਇਹਨਾਂ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਦੇ ਲੜ ਲਾਇਆ ਹੈ, ਉਹ ਪ੍ਰਸੰਗ ਜਿਹੜਾ ਅਸੀਂ
ਸਰਵਣ ਕਰ ਰਹੇ ਹਾਂ ਇਤਿਹਾਸ ਦੇ। ਸੋ ਇਸ ਪ੍ਰਕਾਰ ਪ੍ਰਸੰਗ ਦੀ ਲੜੀ ਦੇ ਵਿੱਚ ਆਓ ਪਿਆਰ ਪੂਰਵਕ ਧੰਨ ਮੇਰੇ ਸ਼ਹਿਨਸ਼ਾਹ ਪਿਤਾ ਗੁਰੂ ਨਾਨਕ ਸਾਹਿਬ ਜੀ ਜਿਸ ਤਰ੍ਹਾਂ ਬਖਸ਼ਿਸ਼ ਕਰਦੇ ਨੇ, ਇਹਨਾਂ ਲੋਕਾਂ ਨੂੰ ਵਾਹਿਗੁਰੂ ਪਰਮੇਸ਼ਵਰ ਦੇ ਸਿਮਰਨ ਵਿੱਚ ਜੋੜਦੇ ਨੇ। ਇਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਆਪਣੇ ਸਿੱਖ ਬਣਾਉਂਦੇ ਜਿਸ ਤਰ੍ਹਾਂ ਕਿਰਪਾ ਕਰਦੇ ਹਨ। ਆਓ ਪਿਆਰ ਪੂਰਵਕ ਪ੍ਰਸੰਗ ਦੀ ਲੜੀ ਦੇ ਵਿੱਚ ਮਨ ਜੋੜਦੇ ਹੋਏ ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਪਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ। ਹਜੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਭਾਵੇਂ ਕੋਈ ਜੜ ਭਾਵੇਂ ਕੋਈ ਜੰਗਮ, ਜੜ ਤੇ ਚੇਤਨ ਜੋ ਵੀ ਹਾਂ ਸਭ ਨੂੰ ਜੋ ਦਾਨ ਦੇਣ ਵਾਲਾ ਵਾਹਿਗੁਰੂ ਹੈ। ਜਿਹ ਦੇਵ ਦੈਤ ਜਾਚਹਿ ਮਹਾਨ। ਜਿਸ ਵਾਹਿਗੁਰੂ ਦੇ ਪਾਸੋਂ ਭਾਵੇਂ ਕੋਈ ਦੇਵ ਤੇ ਭਾਵੇਂ ਕੋਈ ਦੈਂਤ, ਸਾਰੇ ਹੀ ਜਿਸ ਵਾਹਿਗੁਰੂ ਪਰਮੇਸ਼ਰ ਕੋਲ ਮੰਗਦੇ ਨੇ ਸਦਾ। ਬ੍ਰਹਮੰਡ ਖੰਡ ਜਿਨ ਸਿਰਜ ਦੀਨ। ਜਿਸ ਮਾਲਕ ਨੇ ਇਹ ਖੰਡ ਤੇ ਬ੍ਰਹਮੰਡ ਰਚੇ ਹੋਏ ਨੇ, ਸਿਰਜੇ ਹੋਏ ਹਨ, ਤਿਹ ਸਿਮਰ ਹੋਏ ਸਭ ਕਸ਼ਟ ਸ਼ੀਨ। ਉਸ ਨੂੰ ਯਾਦ ਕਰੀਏ ਸਾਰੇ ਹੀ ਕਸ਼ਟ ਤਕਲੀਫਾਂ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਹਨ। ਭਜ ਨਾਮ ਤਾਹੇ ਬਰਖਾ ਸੋ ਦੇਈ। ਮਹਾਰਾਜ ਕਹਿੰਦੇ ਵੀ ਉਸ ਦੇ ਨਾਮ ਦਾ ਸਿਮਰਨ ਕਰੋ, ਉਹ ਬਾਰਿਸ਼ ਦੇਵੇਗਾ, ਮੀਂਹ ਪਵੇਗਾ। ਅੰਤੋਟ ਅਨ ਸੁਖ ਸਾਰ ਲਈ। ਤੁਹਾਡੇ ਅੰਨ ਅਟੁੱਟ ਹੋਵੇਗਾ, ਪਰਮੇਸ਼ਵਰ ਤੁਹਾਡੀ ਸਾਰ ਲਵੇਗਾ। ਸੁਨ ਕ੍ਰਿਸ਼ਕਾਰ ਤਬ ਕਹਿਤ ਬੈਨ। ਉਹ ਜਿਹੜਾ ਜ਼ਿਮੀਂਦਾਰ ਸੀ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ, ਜਿਸ ਕੀ ਪਛਾਨ ਇਸ ਦੇਸ ਹੈ ਨਾ। ਮਹਾਰਾਜ ਜਿਸ ਕਰਤਾਰ ਦੀ ਪਰਮੇਸ਼ਵਰ ਦੀ ਤੁਸੀਂ ਗੱਲ ਕਰਦੇ ਹੋ, ਸਾਡੇ ਦੇਸ਼ ਵਿੱਚ ਤਾਂ ਉਹਦੀ ਪਛਾਣ ਕੋਈ ਨਹੀਂ ਹੈ। ਅਬ ਹੀ ਸੁਨਾ ਤੁਮ ਮੁਖ ਦਵਾਰ। ਅੱਜ ਪਹਿਲੇ ਦਿਨ ਤੁਹਾਡੇ ਮੁਖ ਤੋਂ ਸੁਣਿਆ ਭਈ ਕੋਈ ਕਰਤਾਰ ਹੈ, ਨਹੀਂ ਤਾਂ ਮਹਾਰਾਜ ਸਾਨੂੰ ਤਾਂ ਇਸ ਗੱਲ ਦਾ ਕੋਈ ਗਿਆਨ ਨਹੀਂ ਹੈ। ਨਹਿ ਆਗੇ ਹੀਆਂ ਕਿਨਹੂ ਉਚਾਰ। ਇੱਥੇ ਕਿਸੇ ਨੇ ਕਦੇ ਕਰਤਾਰ ਦਾ ਨਾਮ ਉਚਾਰਿਆ ਹੀ ਨਹੀਂ, ਦੱਸਿਆ ਨਹੀਂ ਹੈ। ਤਿਹ ਮੁਖ ਦਿਖਾਓ ਨਿਜ ਨੈਣ ਦੇਖ। ਮਹਾਰਾਜ ਕਿਰਪਾ ਕਰਕੇ ਉਹਦੇ ਮੁਖ ਦਾ ਸਾਨੂੰ ਦਰਸ਼ਨ ਕਰਾਓ, ਅਸੀਂ ਅੱਖਾਂ ਨਾਲ ਤੱਕੀਏ ਉਸ ਕਰਤਾਰ ਨੂੰ। ਸਿਮਰਨ ਕਰੋ ਨਿਸ ਦਿਨ ਵਸੇਖ। ਵਿਸ਼ੇਸ਼ ਕਰਕੇ ਦਿਨ ਰਾਤ ਫਿਰ ਉਸ ਨੂੰ ਅਸੀਂ ਯਾਦ ਕਰਾਂਗੇ। ਗੁਰ ਕਹੈ ਨਾ ਦੇਖਿਓ ਜਾਏ ਸੋਏ। ਮਹਾਰਾਜ ਕਹਿੰਦੇ ਨੇ ਭਾਈ ਉਹ ਜਿਹੜਾ ਇਹੋ ਜਿਹਾ ਸਭ ਤੋਂ ਸਮਰੱਥ ਕਰਤਾਰ ਪਰਮੇਸ਼ਰ ਹੈ, ਉਹ ਏਦਾਂ ਨਹੀਂ ਵੇਖਿਆ ਜਾਂਦਾ ਹੈ। ਸਿਮਰਨ ਕਰੋ ਇਛ ਪੂਰ ਹੋਏ। ਬਸ ਤੁਸੀਂ ਉਹਨੂੰ ਯਾਦ ਕਰੋਗੇ, ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ। ਕੁਦਰਤੀ ਸੰਗ ਜਾਣਿਓ ਸੋ ਜਾਏ। ਕੁਦਰਤ ਦੇ ਨਾਲ ਉਹ ਜਾਣਿਆ, ਕੁਦਰਤ ਤੋਂ ਭਾਵ ਸ਼ਕਤੀ। ਉਸ ਮਾਲਕ ਵਾਹਿਗੁਰੂ ਪਰਮੇਸ਼ਵਰ ਦੀ ਕੁਦਰਤ ਵਰਤਦੀ ਹੈ, ਇਸ ਵਾਸਤੇ ਉਹ ਆਪਣੀ ਸ਼ਕਤੀ ਤੋਂ ਜਾਣਿਆ ਜਾਂਦਾ ਹੈ। ਨਹਿ ਆਪਨ ਆਪ ਕਿਸ ਹੂੰ ਲਖਾਏ। ਆਪਣੇ ਆਪ ਜਿਹੜਾ ਕਿਸੇ ਕੋਲੋਂ ਜਾਣਿਆ ਨਹੀਂ ਜਾਂਦਾ ਹੈ। ਨਰ ਕਹੇ ਜੇ ਦੇਖਿਓ ਨਿਜ ਨਾ ਨੈਣ। ਇਹ ਕਹਿੰਦੇ ਵੀ ਵਾਹਿਗੁਰੂ ਆਪਣਾ ਰੂਪ ਵਿਖਾਉਂਦਾ ਨਹੀਂ ਏਦਾਂ, ਜਦੋਂ ਤੱਕ ਅੱਖਾਂ ਨਾ ਵੇਖੀਏ ਨਾ। ਕਿਸ ਪਾਸ ਕਹੋ ਜਾਚਨ ਸੋ ਬੈਨ। ਤੇ ਫਿਰ ਜੋ ਤੁਸੀਂ ਕਹਿੰਦੇ ਉਹਦੇ ਕੋਲੋਂ ਮੰਗੋ, ਫਿਰ ਕਿਹਦੇ ਕੋਲੋਂ ਸੋ ਬਚਨ ਕਰਕੇ ਮੰਗੀਏ ਅਸੀਂ, ਜਦੋਂ ਕਿ ਉਹ ਦੇਖਿਆ ਨਹੀਂ ਜਾਂਦਾ ਹੈ। ਜਾਨੋ ਨਾ ਕੁਦਰਤੀ ਕੌਣ ਹੋਏ। ਮਹਾਰਾਜ ਤੁਸੀਂ ਹੁਣ ਆ ਦੂਜੀ ਗੱਲ ਦੱਸਤੀ ਭਈ ਕੁਦਰਤ ਕੀ ਹੁੰਦੀ ਹੈ, ਸਾਨੂੰ ਤੇ ਇਹ ਵੀ ਨਹੀਂ ਪਤਾ ਹੈ। ਕੁਛ ਪਤਾ ਦੇਹੋ ਹੋ ਲਖਵ ਸੋਏ। ਚਲੋ ਜੇ ਵਾਹਿਗੁਰੂ ਪਰਮੇਸ਼ਵਰ ਨਹੀਂ ਦੇਖਿਆ ਜਾਣਿਆ ਜਾ ਸਕਦਾ, ਤੁਸੀਂ ਕਹਿੰਦੇ ਕੁਦਰਤ ਕਰਕੇ ਵਸਿਆ ਸੋ, ਉਹਦੀ ਕੁਦਰਤ ਦੇਖੀ ਜਾਂਦੀ, ਤਾਂ ਮਹਾਰਾਜ ਫਿਰ ਸਾਨੂੰ ਉਹਦੀ ਕੁਦਰਤ ਦਾ ਕੋਈ ਪਤਾ ਦਿਓ, ਸਾਨੂੰ ਕੁਛ ਸਮਝ ਆ ਜਾਏ। ਤੂੰ ਜਾਏ ਧਾਮ ਲਾਂਗਲ ਜੇ ਆਨ। ਮਹਾਰਾਜ ਕਹਿੰਦੇ ਫਿਰ ਜੇ ਉਸ ਮਾਲਕ ਦੀ ਕੁਦਰਤ ਦੇਖਣੀ ਹੈ ਤਾਂ ਇੰਜ ਕਰ, ਘਰ ਜਾ ਕਰਕੇ ਤੂੰ ਆਪਣਾ ਹਲ ਲਿਆ, ਬੈਲਾਂ ਦਾ ਹਲ ਜੋੜ ਕੇ ਲਿਆ। ਅਬ ਬਾਹੋ ਬੋਬ ਛਿਤ ਬੈਨ ਮਾਨ। ਸਾਡਾ ਬਚਨ ਮੰਨ ਕੇ ਹਲ ਜੋੜ ਕਰਕੇ ਖੇਤੀ ਵਾਹ ਦੇ, ਖੇਤ ਵਾਹ ਕਰਕੇ ਬੀਜ ਦੇ। ਜਬ ਉਗੈ ਖੇਤ ਪੁਨ ਪੱਕ ਜਾਏ। ਜਦੋਂ ਤੇਰਾ ਖੇਤ ਸੋ ਤੇਰੀ ਫਸਲ ਉੱਗੇਗੀ, ਜਦੋਂ ਪੱਕ ਜਾਏਗੀ, ਤਬ ਲਖੋ ਕੁਦਰਤੀ ਹੋਏ ਕਾਏ। ਤਾਂ ਫਿਰ ਤੁਸੀਂ ਜਾਣ ਲਿਓ ਕੁਦਰਤ ਕੀ ਹੁੰਦੀ ਹੈ, ਤੁਹਾਨੂੰ ਪਤਾ ਲੱਗ ਜੂ। ਸੁਨ ਗਇਓ ਸਦਨ ਗੁਰ ਬਚਨ ਮਾਨ। ਗੁਰੂ ਦਾ ਬਚਨ ਮੰਨ ਕੇ ਘਰ ਨੂੰ ਚਲਾ ਗਿਆ ਇਹ ਕਿਸਾਨ ਜਿਹੜਾ ਸੀ। ਪੁਨ ਨਰਨ ਨਿਕਟ ਕੀਨੋ ਬਖਾਨ। ਇਹ ਗਿਆ ਹੈ ਤੇ ਲੋਕਾਂ ਦੇ ਕੋਲੇ ਨੇ ਗੱਲ ਇਸ ਤਰ੍ਹਾਂ ਕੀਤੀ ਹੈ। ਐ ਸਾਧ ਬਾਹਰ ਮਮ ਖੇਤ ਪਾਸ। ਮੇਰੇ ਖੇਤ ਦੇ ਕੋਲ ਇੱਕ ਸਾਧੂ ਬੈਠਾ ਹੋਇਆ ਹੈ। ਤਿਨ ਕਹੇ ਬਚਨ ਇਹ ਬਿਦ ਪ੍ਰਕਾਸ਼। ਉਹਨਾਂ ਨੇ ਇਸ ਤਰੀਕੇ ਦੇ ਬਚਨ ਪ੍ਰਗਟ ਕਰਕੇ ਕਹੇ ਹਨ। ਪ੍ਰਥਮੇ ਸਿਮਰੋ ਕਰਤਾਰ ਨਾਮ। ਕਹਿੰਦੇ ਵੀ ਪਹਿਲਾਂ ਕਰਤਾਰ ਦਾ ਨਾਮ ਯਾਦ ਕਰੋ। ਪੁਨ ਬੋਏ ਖੇਤ ਹੋਏ ਸਿੱਧ ਕਾਮ। ਫਿਰ ਤੁਸੀਂ ਕਹਿੰਦੇ ਆਪਣਾ ਖੇਤ ਬੀਜ ਦਿਓ, ਤੁਹਾਡਾ ਕੰਮ ਸਿੱਧ ਹੋ ਜੂ, ਤੁਹਾਡੀ ਫਸਲ ਪੱਕ ਜੂਗੀ। ਸੁਨ ਨਰਨ ਕਾਨ ਸਭ ਹਾਸ ਕੀਨ। ਕੰਨਾਂ ਵਿੱਚ ਗੱਲ ਸੁਣੀ, ਆਸ਼ਚਰਜ ਸੀ।
ਲੋਕਾਂ ਨੇ ਮਖੌਲ ਕੀਤਾ, ਹਾਸਾ ਕੀਤਾ ਹੈ ਇਸ ਕਿਸਾਨ ਦੇ ਤਾਈਂ। ਮਨ ਜਾਣ ਤਾਹੇ ਕੋ ਬੁੱਧਹੀਨ, ਕਹਿੰਦੇ ਲੈ ਹੈ ਕਹਿੰਦੇ ਬੁੱਧੀਹੀਣ ਬੰਦਾ ਕਮਲਾ ਏਦਾਂ ਕਿੱਦਾਂ ਹੋ ਜਾਊਗਾ। ਬਿਨ ਮੇਹੋਂ ਖੇਤ ਕਿਸ ਰੀਤ ਹੋਏ, ਕਹਿੰਦੇ ਜੋ ਮੀਂਹ ਨਾ ਪਵੇਗਾ, ਪਾਣੀ ਤੋਂ ਬਿਨਾਂ ਕਿੱਦਾਂ ਕਦੇ ਫਸਲ ਪਾਵੇ, ਜੋ ਖੇਤ ਕਿਵੇਂ ਹੋ ਜਾਊਗਾ। ਤੂੰ ਜਾਏ ਬੀਜ ਘਰ ਪੂਰ ਸੋਏ, ਕਹਿੰਦੇ ਤੂੰ ਜਾ ਕੇ ਭਾਈ ਬੀਜ ਲਾ ਖੇਤ, ਤੂੰ ਆਪਣਾ ਘਰ ਭਰ ਲਾ, ਮੀਂਹ ਤੋਂ ਬਿਨਾਂ ਖੇਤੀ ਕਿੱਦਾਂ ਹੋ ਜਾਊਗੀ। ਇਉਂ ਲੋਕਾਂ ਨੇ ਕਿਹਾ ਜਦੋਂ। ਸੁਨ ਬੈਨ ਤਿਨ ਹੋ ਕੇ ਜੁਗਤ ਹਾਸ, ਤੋ ਕਹਿੰਦੇ ਜਿਵੇਂ ਹਾਸੇ ਵਾਲੇ ਮਖੌਲ ਵਾਲੇ ਲੋਕਾਂ ਗੱਲ ਕੀਤੀ ਤੇ ਵਿਚਾਰਾ ਡੋਲ ਗਿਆ। ਇਉਂ ਸੁਣ ਕੇ ਗੁਰ ਢਿਗ ਆਇਓ ਹੋ ਕਰ ਉਦਾਸ, ਤੇ ਬੜਾ ਉਦਾਸ ਜਿਹਾ ਮਨ ਹੋ ਕੇ ਗੁਰੂ ਸਾਹਿਬ ਦੇ ਕੋਲ ਫੇਰ ਆਇਆ, ਆਣ ਕੇ ਬੇਨਤੀ ਕੀਤੀ ਹੈ। ਬਚ ਕਹੇ ਹਸੀ ਮੁਝ ਮਨ ਯਕੀਨ, ਕਹਿਣ ਲੱਗਾ ਮਹਾਰਾਜ ਸੋ ਮੈਂ ਤਾਂ ਤੁਹਾਡੇ ਬਚਨ ਮੰਨਣਾ ਚਾਹੁੰਦਾ, ਪਰ ਲੋਕੀ ਤਾਂ ਮਖੌਲ ਕਰਦੇ ਆ। ਸਭ ਜਾਣੇ ਮਨ ਮੈਂ ਬੁੱਧਹੀਨ, ਲੋਕੀ ਮੈਨੂੰ ਕਹਿੰਦੇ ਕਮਲਾ ਹੋ ਗਿਆ, ਕਹਿੰਦੇ ਇਹਨੂੰ ਅਕਲ ਹੀ ਹੈ ਨਹੀਂ। ਬਰਖਾ ਬਿਨ ਕੈਸੇ ਖੇਤ ਹੋਏ, ਬਿਨਾਂ ਬਰਸਾਤ ਤੋਂ ਖੇਤ ਕਿਵੇਂ ਹਰਾ ਹੋ ਜਾਊਗਾ। ਇਹ ਜਾਣਤ ਹੈ ਸਭ ਥਾਨ ਲੋਏ, ਇਹ ਤਾਂ ਸਾਰੇ ਲੋਕ ਸਾਰੇ ਜਾਣਦੇ ਹਨ। ਸੁਨ ਕਹੇ ਗੁਰੂ ਤੂੰ ਬੀਜ ਆਨ, ਮਹਾਰਾਜ ਕਹਿੰਦੇ ਦੇਖ ਤੂੰ ਏਦਾਂ ਕਰ, ਲੋਕਾਂ ਦੀ ਗੱਲ ਛੱਡ, ਤੂੰ ਆਣ ਕਰਕੇ ਖੇਤ ਬੀਜ ਇੱਥੇ। ਨਹ ਉਗੈ ਖੇਤ ਹਮ ਹੈ ਜਾਮਨ, ਕਹਿੰਦੇ ਅਸੀਂ ਤੇਰੇ ਜਾਮਣ ਹੈ, ਗਵਾਹ ਹੈ। ਜੇ ਤੇਰਾ ਨਾਮ ਖੇਤ ਉਗਿਆ ਤੇ ਅਸੀਂ ਗਵਾਹ, ਅਸੀਂ ਤੇਰੇ ਜਾਮਣ ਹਾਂ। ਜੇ ਬੀਜ ਬੋਏ ਜਾਵੇ ਅਕਾਥ, ਜੇ ਤੇਰਾ ਬੀਜਿਆ ਹੋਇਆ ਬੀਜ ਵਿਅਰਥ ਜਾਊ, ਖੇਤੀ ਨਾ ਉਗੇਗੀ ਤਾਂ ਹਮ ਦੇਵਹਿ ਤੇਤੋ ਤੋਹੇ ਹਾਥ, ਤੇ ਉਹ ਜਿਹੜਾ ਨਾ ਜਿੰਨਾ ਤੇਰਾ ਬੀਜ ਜੇ ਤੂੰ ਕਹਵੇਂਗਾ ਖਰਾਬ, ਅਸੀਂ ਕਹਿੰਦੇ ਆਪ ਤੇਰੇ ਹੱਥ 'ਚ ਦੇਵਾਂਗੇ, ਅਸੀਂ ਭਰਾਂਗੇ ਤੇਰਾ ਹਰਜਾਨਾ। ਸੁਨ ਭਈ ਧੀਰ ਲਾਂਗਲ ਲਿਆਏ, ਤੋ ਕਹਿੰਦੇ ਬੜਾ ਹੌਸਲਾ ਹੋ ਗਿਆ, ਜਾ ਕੇ ਫਿਰ ਹਲ ਜੋੜ ਲਿਆਂਦਾ ਇਸਨੇ। ਪੁਨ ਹਾਥ ਬੰਦ ਲੀਨੀ ਰਜਾਏ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਤੇ ਆਗਿਆ ਲਈ ਮਹਾਰਾਜ ਵੀ ਹੁਣ ਹੁਕਮ ਹੈ, ਆਪ ਦਾ ਹੁਕਮ ਸੀ ਤੇ ਹੁਣ ਕਿਰਪਾ ਕਰੋ, ਹੁਕਮ ਕਰੋ ਤੇ ਮਹਾਰਾਜ ਮੈਂ ਖੇਤ ਵਾਵਾਂ। ਕਰਤਾਰ ਸਿਮਰ ਕੈ ਭੂਮ ਵਾਹੇ, ਤੇ ਮਹਾਰਾਜ ਨੇ ਕਿਹਾ ਤੂੰ ਵਾਹਿਗੁਰੂ ਨੂੰ ਯਾਦ ਕਰ ਤੇ ਖੇਤ ਵਾਹੁਣਾ ਸ਼ੁਰੂ ਕਰ। ਗੋ ਧੂਮ ਬੀਜ ਦੀਨੀ ਸੋ ਤਾਹੇ, ਉਸ ਨੇ ਸੋ ਕਣਕ ਬੀਜ ਦਿੱਤੀ ਹੈ ਗੁਰੂ ਦਾ ਬਚਨ ਮੰਨ ਕੇ। ਗੁਰ ਚਰਨ ਬੰਦ ਕਰ ਬੈਸ ਆਨ, ਤੋ ਗੁਰੂ ਦੇ ਚਰਨਾਂ ਤੇ ਮੱਥਾ ਟੇਕ ਕੇ ਕੋਲ ਬੈਠ ਗਿਆ ਖੇਤ ਬੀਜ ਕੇ। ਪੁਰ ਕੀਨੀ ਸ਼ਰਧਾ ਨਹਿ ਡੁਲਾਨ, ਫਿਰ ਮਨ 'ਚ ਵਿਸ਼ਵਾਸ ਕੀਤਾ ਵੀ ਮਹਾਰਾਜ ਸੰਤ ਰੂਪ ਹਨ ਤੇ ਮੈਨੂੰ ਕਹਿੰਦੇ ਨੇ ਵੀ ਅਸੀਂ ਤੇਰੇ ਜਾਮਨ ਆ, ਜੇ ਨੁਕਸਾਨ ਹੋ ਤੇ ਭਰਾਂਗੇ ਅਸੀਂ। ਭਰੋਸਾ ਹੋ ਗਿਆ, ਗੁਰੂ ਦੇ ਚਰਨਾਂ ਸ਼ਰਧਾ ਨਾਲ ਬੈਠਾ ਹੈ। ਨਿਸ ਗਇਓ ਧਾਮ ਪੁਨ ਭਈ ਭੋਰ, ਉਹ ਰਾਤ ਨੂੰ ਘਰ ਵਿੱਚ ਚਲਾ ਗਿਆ ਖੇਤ ਬੀਜ ਕੇ। ਜਦੋਂ ਸਵੇਰ ਹੋਈ ਹੈ, ਚਲ ਆਏ ਦੇਖਿਓ ਖੇਤ ਔਰ, ਜਦੋਂ ਆਣ ਕਰਕੇ ਸਵੇਰੇ ਖੇਤ ਦੇਖਿਆ ਤਾਂ ਸਬਜੀ ਸੋ ਲਖੀ ਤਬ ਨੌ ਬਹਾਰ, ਤਾਂ ਕਿ ਦੇਖਿਆ ਸਾਰਾ ਖੇਤ ਸਬਜ਼ ਹਰਾ ਭਰਾ, ਨੌ ਬਹਾਰ, ਸਭ ਪਾਸੇ ਹਰਿਆਲੀ ਛਾਈ ਦੇਖ ਲਈ। ਜਨ ਬਹੁਤ ਦਿਵਸ ਕੀ ਇਹ ਸਬਾਰ, ਤੋ ਭਾਵ ਸੀ ਕਹਿੰਦੇ ਇਸ ਤਰ੍ਹਾਂ ਇਹਨੂੰ ਪ੍ਰਤੀਤ ਹੋਇਆ ਵੀ ਜਿਸ ਤਰ੍ਹਾਂ ਬਹੁਤ ਦਿਨਾਂ ਦੀ ਖੇਤੀ ਹੈ ਔਰ ਪਾਣੀ ਲਾਇਆ ਹੋਵੇ ਤੇ ਬੜੀ ਸੋ ਹਰੀ ਭਰੀ ਹੋਵੇ, ਇਸ ਤਰੀਕੇ ਨਾਲ ਇਸ ਨੇ ਖੇਤੀ ਦੇਖੀ ਆਪਣੀ। ਕਰ ਹਰਖ ਬੰਦ ਗੁਰ ਚਰਨ ਰੇਨ, ਬੜਾ ਖੁਸ਼ ਹੋਇਆ ਤੇ ਆਣ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਸਰਦਾ ਸੋ ਬਦੀ ਜੋ ਮੋਖ ਦੇਨ, ਤੋ ਇਸ ਪ੍ਰਕਾਰ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੁਣ ਸ਼ਰਧਾ ਵੱਜ ਗਈ ਇਸ ਦੀ। ਔਰ ਨਰਨ ਸੁਨੇ ਅਚਰਜ ਮਾਨ, ਜਿਹਦੇ ਪਿੰਡ ਦੇ ਲੋਕਾਂ ਨੇ ਇਹ ਗੱਲ ਸੁਣੀ, ਆਉਂਦੇ ਜਾਂਦਿਆਂ ਨੇ ਵੇਖਿਆ ਉਹ ਫਲਾਣੇ ਦਾ ਖੇਤ ਬਈ ਵਾਕਿਆ ਹੀ ਉਹ ਸੰਤਾਂ ਨੇ ਹਰਾ ਕਰਤਾ। ਲੋਕੀ ਸੁਣ ਕੇ ਹੈਰਾਨ ਹੋਏ ਹਨ। ਸਭ ਧਾਏ ਹੇਰ ਹੈ ਸਾਚ ਜਾਨ, ਤਾਂ ਜਦੋਂ ਕਹਿੰਦੇ ਇਹ ਕਿੱਦਾਂ ਹੋ ਜਾਊਗਾ, ਆਣ ਕੇ ਕਹਿੰਦੇ ਉਹ ਜਿਹਨੂੰ ਅਸੀਂ ਕਮਲਾ ਕਹਿੰਦੇ ਉਹ ਖੇਤ ਬੀਜਿਆ। ਆਣ ਕੇ ਜਦੋਂ ਦੇਖਦੇ ਸਭ ਦੁਨੀਆ ਹੈਰਾਨ ਹੋ ਗਈ ਵੀ ਇਹ ਕੀ ਹੋ ਗਿਆ। ਅਸ ਜਾਨ ਅਜਮਤੀ ਉਰ ਪੁਮਾਨ, ਉਹਨਾਂ ਪੁਮਾਨ ਲੋਕਾਂ ਨੇ ਜਦੋਂ ਇਹੋ ਜਿਹੀ ਕਰਾਮਾਤ ਸ਼ਕਤੀ ਵਾਲੇ ਗੁਰੂ ਨਾਨਕ ਸਾਹਿਬ ਨੂੰ ਤੱਕਿਆ ਤਾਂ ਗੁਰ ਤੀਰ ਪਹੁੰਚੇ ਸਿਦਕ ਠਾਨ, ਫਿਰ ਸਿਦਕ ਧਾਰ ਕੇ ਭਰੋਸਾ ਧਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜੇ ਲੋਕ ਆਣ ਕੇ ਕਰ ਬੰਦਨਾ ਸੋ ਧਰ ਭੇਟ ਸੋਏ, ਤੋ ਨਮਸਕਾਰਾਂ ਕਰਦੇ ਨੇ, ਭੇਟਾ ਰੱਖ ਕੇ ਮੱਥਾ ਟੇਕਦੇ ਹਨ। ਵਿਦ ਬੁਝਹੀ ਜਿਵ ਅੰਨ ਹੋਏ, ਤੇ ਸਾਰੇ ਹੁਣ ਲੋਕ ਪੁੱਛਦੇ ਨੇ ਮਹਾਰਾਜ ਸਾਨੂੰ ਤਰੀਕਾ ਦੱਸੋ, ਮੀਂਹ ਤਾਂ ਪੈਂਦਾ ਨਹੀਂ, ਅੰਨ ਕਿੱਦਾਂ ਹੋਵੇਗਾ ਮਹਾਰਾਜ। ਗੁਰ ਕੀਨ ਦਇਆ ਦੀਨੀ ਰਜਾਏ, ਹਜੂਰ ਜੀ ਨੇ ਆਗਿਆ ਦਿੱਤੀ ਸਭ ਨੂੰ ਰਜਾ,
ਸੋ ਮਹਾਰਾਜ ਨੇ ਰਜਾਏ ਆਗਿਆ ਦੇ ਦਿੱਤੀ ਸਭ ਨੂੰ। ਕਰਤਾਰ ਨਾਮ ਰਸਨਾ ਧਿਆਏ। ਹਜੂਰ ਕਹਿੰਦੇ ਵੀ ਕਰਤਾਰ ਦੇ ਨਾਮ ਨੂੰ ਰਸਨਾ ਤੋਂ ਧਿਆਇਆ ਕਰੋ, ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਟੋਟਕ ਛੰਦ ਕ੍ਰਿਸ ਕਾਰਜ ਕੋ ਕਰ ਸੋ ਕਰੀਏ। ਤੋ ਇਹ ਜਿਹੜਾ ਖੇਤੀ ਦਾ ਕੰਮ ਆਪਣੇ ਹੱਥਾਂ ਨਾਲ ਕਰੋ। ਹਰ ਨਾਮ ਉਚਾਰ ਹਿਰਦੇ ਧਰੀਏ। ਹਿਰਦੇ ਦੇ ਵਿੱਚ ਮਨ ਕਰਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ, ਹੱਥਾਂ ਦੇ ਨਾਲ ਆਪਣੇ ਖੇਤੀ ਦਾ ਕੰਮ ਕਰੋ। ਬਰਖਾ ਹਿਤ ਜਾਚੋ ਬੰਦ ਕਰੰ। ਤੇ ਜਦੋਂ ਤੁਹਾਨੂੰ ਲੋੜ ਹੋਵੇ ਨਾ ਬਾਰਿਸ਼ ਦੀ, ਤਾਂ ਕਹਿੰਦੇ ਹੱਥ ਜੋੜ ਕਰਕੇ ਅਰਦਾਸ ਕਰਿਆ ਕਰੋ। ਬਹੁ ਨੀਰ ਪਰੇ ਹੋਏ ਖੇਤ ਧਰੰ। ਤੋਂ ਬਹੁਤ ਭਾਰੀ ਬਾਰਿਸ਼ ਪਵੇਗੀ ਧਰਤੀ ਤੇ, ਤੁਹਾਡੇ ਖੇਤ ਹਰੇ ਭਰੇ ਹੋ ਜਾਣਗੇ। ਧਰ ਆਇਸ ਸੀਸ ਚੱਲੇ ਸਭ ਹੀ। ਸਭਨਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ, ਪ੍ਰਤੱਖ ਦਿਖਾਤਾ ਮਹਾਰਾਜ ਨੇ। ਤੋ ਕਹਿੰਦੇ ਨੇ ਗੁਰੂ ਦਾ ਹੁਕਮ ਮੰਨ ਕਰਕੇ ਚੱਲੇ ਹਨ ਲੋਕ। ਬਰ ਬੀਜ ਬੋਇਓ ਹਲ ਤੇ ਤਬ ਹੀ। ਸਭਨਾਂ ਨੇ ਹਲ ਜੋੜ ਦਿੱਤੇ, ਸੋਹਣਾ ਬੀਜ ਬੀਜ ਦਿੱਤਾ ਹੈ। ਭਲ ਖੇਤ ਉੱਗੇ ਹਰਿਆਵਲ ਸੌ। ਤੋ ਬੜੇ ਸੋਹਣੇ ਖੇਤ ਉੱਗ ਪਏ ਹਨ, ਹਰੇ ਭਰੇ ਹੋ ਗਏ। ਪੁਰ ਸ਼ੋਕ ਨਸਿਓ ਸਰਬ ਤਾਵਲ ਸੋ। ਤੋ ਇਸ ਪ੍ਰਕਾਰ ਸਭਨਾਂ ਦੇ ਮਨ ਵਿੱਚੋਂ ਸ਼ੋਕ ਚਿੰਤਾ ਜਿਹੜੀ ਸੀ ਦੂਰ ਹੋ ਗਈ। ਸਮਰੱਥ ਵੱਡੋ ਕਹਿ ਸੰਤ ਭਲੋ। ਸਾਰੇ ਕਹਿੰਦੇ ਨੇ ਭਾਈ ਚੰਗਾ, ਅਸੀਂ ਤਾਂ ਮਖੌਲਾਂ ਹੀ ਕਰਦੇ ਸੀ। ਕਹਿੰਦੇ ਭਾਈ ਸਮਰੱਥ ਨੇ, ਸ਼ਕਤੀ ਵਾਲੇ ਨੇ, ਸੰਤ ਵੱਡੇ ਹੀ ਸਾਧੂ ਹਨ। ਇਸ ਆਇਸ ਕੇ ਅਨੁਸਾਰ ਚੱਲੋ। ਕਹਿੰਦੇ ਭਾਈ ਜਿਵੇਂ ਕਹਿੰਦੇ ਨਾ ਹੁਣ ਉਵੇਂ ਹੀ ਕਰੋ, ਇਹਨਾਂ ਦਾ ਹੁਕਮ ਮੰਨੋ। ਬਰਖਾ ਬਿਦ ਬੁਝਨ ਕੀਨ ਜਬੈ। ਜਦੋਂ ਲੋੜ ਪਈ ਤੇ ਇਹਨਾਂ ਨੇ ਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਵੀ ਹੁਣ ਖੇਤੀ ਹਰੀ ਭਰੀ ਤਾਂ ਹੈ, ਪਾਣੀ ਦੀ ਲੋੜ ਆ ਖੇਤੀ ਨੂੰ, ਹੁਣ ਤੁਸੀਂ ਕਿਰਪਾ ਕਰਕੇ ਹੁਕਮ ਕਰੋ। ਗੁਰੂ ਨਾਨਕ ਵਾਕ ਉਚਾਰ ਤਬੈ। ਤਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰਨ ਕਰਕੇ ਕਿਹਾ, ਬਿਦ ਸੰਗ ਤਿਹਾਵਲ ਕੋ ਕਰੀਏ। ਮਹਾਰਾਜ ਕਹਿੰਦੇ ਗੱਲ ਸੁਣੋ, ਜ਼ਿਮੀਂਦਾਰ ਲੋਕ ਹੋ, ਬੜੇ ਸੋਹਣੇ ਢੰਗ ਨਾਲ ਸਮਝਾਇਆ ਕਿ ਇਸ ਤਰ੍ਹਾਂ ਨਾਲ ਕੜਾ ਪ੍ਰਸ਼ਾਦ ਬਣਾ ਕੇ ਲਿਆਓ। ਸਤਨਾਮ ਗੁਰੂ ਹਿਰਦੇ ਧਰੀਏ। ਤੇ ਜਿਵੇਂ ਤੁਸੀਂ ਦੇਗ ਤਿਆਰ ਕਰਨੀ ਆ ਤੇ ਪਰਮੇਸ਼ਵਰ ਦਾ ਸੱਚਾ ਨਾਮ ਵਾਹਿਗੁਰੂ ਜਿਹੜਾ ਹਿਰਦੇ 'ਚ ਧਾਰਨ ਕਰਨਾ, ਸਿਮਰਨ ਕਰਨਾ ਹੈ। ਸਭ ਸੰਗਤ ਹੋ ਇੱਕ ਥਾਂ ਜਬੈ। ਇੱਕ ਥਾਂ ਤੇ ਸਾਰੇ ਲੋਕ ਸੰਗਤ ਰੂਪ ਵਿੱਚ ਇਕੱਠੇ ਹੋ ਜਾਓ। ਕਰ ਬੰਦ ਕਰੋ ਅਰਦਾਸ ਤਬੈ। ਤੇ ਸਾਰੇ ਲੋਕ ਇਕੱਠੇ ਹੋ ਕਰਕੇ ਦੇਗ ਕੜਾ ਪ੍ਰਸ਼ਾਦੀ ਰੱਖੋ, ਅਰਦਾਸ ਕਰੋ ਵਾਹਿਗੁਰੂ ਕਰਤਾਰ ਦਾ ਨਾਮ ਲੈ ਕੇ। ਬਰਖਾ ਪੁਨ ਜਾਚੋ ਦੀਨ ਮਨੰ। ਬੜੇ ਅਧੀਨ ਮਨ ਹੋ ਕਰਕੇ ਰੱਬ ਦੇ ਕੋਲੋਂ ਫਿਰ ਬਰਖਾ ਮੰਗੋ, ਮਹਾਰਾਜ ਪੇ ਬਰਸਾਤ ਪਾਓ। ਬਹੁ ਨੀਰ ਪਰੇ ਹੋਏ ਖੇਤ ਅਨੰ। ਤੁਹਾਡੇ ਖੇਤਾਂ ਵਿੱਚ ਮੀਂਹ ਪੈ ਜਾਏਗਾ, ਬਹੁਤ ਬਾਰਿਸ਼ ਹੋਵੇ, ਤੁਹਾਡੇ ਖੇਤਾਂ ਵਿੱਚ ਅੰਨ ਜਿਹੜਾ ਹੈ ਪੂਰਨ ਹੋ ਜਾਏਗਾ। ਸੁਨ ਸੋ ਬਿਦ ਕੀਨ ਮਿਲੇ ਤਬ ਹੀ। ਸਭਨਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਗੁਰੂ ਸਾਹਿਬ ਨੂੰ ਸੋ ਇਸ ਪ੍ਰਕਾਰ ਬੇਨਤੀ ਕਰਨ ਤੋਂ ਹੁਕਮ ਹੋਇਆ ਸੀ। ਕਰਤਾਰ ਹੈ ਨਾਮ ਜਪੇ ਸਭ ਹੀ। ਤੇ ਸਾਰੇ ਹੀ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ, ਮੇਰੇ ਸਤਿਗੁਰੂ ਜੀ ਦਾ ਉਸ ਵੇਲੇ ਬੋਲਾ ਸੀ, ਕਰਤਾਰ ਕਰਤਾਰ ਸਤ ਕਰਤਾਰ। ਦਸਵੇਂ ਰੂਪ ਵਿੱਚ ਸਾਨੂੰ ਵਾਹਿਗੁਰੂ ਦੀ ਫਤਿਹ ਦਿੱਤੀ ਹੈ। ਪਹਿਲੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੇ ਕਰਤਾਰ ਸਤ ਕਰਤਾਰ ਦਾ ਨਾਮ ਦਿੱਤਾ ਸੀ। ਕਹਿਣ ਲੱਗੇ ਵੀ ਕਰਤਾਰ ਪਰਮੇਸ਼ਵਰ ਨੂੰ ਯਾਦ ਕਰੋ। ਅਰਦਾਸ ਤਿਹਾਵਲ ਕੀ ਕਰ ਕੈ। ਜਦੋਂ ਤਿਹਾਵਲ ਕੜਾ ਪ੍ਰਸ਼ਾਦ ਦੇ ਸਾਧ ਸੰਗ ਇਹ ਨਾਮ ਆਉਂਦੇ ਨੇ, ਕੜਾ ਪ੍ਰਸ਼ਾਦ ਹੈ, ਤਿਹਾਵਲ ਜੋ 3 ਮੇਲ ਤੋਂ ਬਣਦਾ, 3 ਚੀਜ਼ਾਂ ਪਾਉਣ ਦੇ ਨਾਲ। ਇਹਦਾ ਇੱਕ ਨਾਮ ਆਉਂਦਾ ਪੰਚਾਮ੍ਰਿਤ। ਇਸ ਪ੍ਰਕਾਰ ਸੋ ਜਿਹੜਾ ਸੋ ਇਸ ਪ੍ਰਕਾਰ ਘਿਓ ਹੈ, ਆਟਾ ਹੈ, ਖੰਡ ਹੈ, ਇਹ 3 ਤੋਂ ਤਿਹਾਵਲ ਮੰਨਿਆ ਜਾਂਦਾ ਹੈ। ਤੋ ਪਾਣੀ ਤੇ ਅੱਗ ਨੂੰ ਮੰਨੀਏ ਤੇ 5 ਬਣ ਗਏ, ਫਿਰ ਪੰਚਾਮ੍ਰਿਤ ਇਹਨੂੰ ਕਿਹਾ ਜਾਂਦਾ ਹੈ। ਤੋ ਤਿਹਾਵਲ ਕੜਾ ਪ੍ਰਸ਼ਾਦ ਇਹਨਾਂ ਲੋਕਾਂ ਨੇ ਤਿਆਰ ਕਰਕੇ ਅਰਦਾਸ ਕੀਤੀ ਹੈ। ਪੁਨ ਸੀਸਨ ਕੋ ਧਰਨੀ ਧਰ ਕੇ। ਅਰਦਾਸ ਕੀਤੀ ਹੈ, ਫਿਰ ਸਾਰੇ ਨੇ ਹੱਥ ਜੋੜ ਕੇ ਧਰਤੀ ਤੇ ਮੱਥਾ ਰੱਖ ਕੇ ਨਮਸਕਾਰ ਕੀਤੀ। ਬਰਖਾ ਬਹੁ ਜਾਚਨ ਕੀਨ ਸਭੈ। ਸਭਨਾਂ ਨੇ ਜਿਸ ਵੇਲੇ ਇਸ ਪ੍ਰਕਾਰ ਸੋ ਮੰਗ ਕੀਤੀ ਕਿ ਇਹ ਮਾਲਕ ਜੀ ਹੁਣ ਮੀਂਹ ਪਾਓ। ਕਨ ਘੋਰ ਉੱਠੇ ਘਨ ਘੋਰ ਤਬੈ। ਉਸ ਵੇਲੇ ਬੜੀਆਂ ਕਾਲੀਆਂ ਘਟਾਂ ਭਿਆਨਕ ਗਰਜ ਕਰਦੀਆਂ ਚਮਕਦੀਆਂ ਘਟਾਂ ਆ ਗਈਆਂ ਚੜ੍ਹ ਕੇ। ਇਹ ਕਾਲ ਸੁਬਾਸਤ ਨੀਰ ਭਰਿਓ। ਉਸੇ ਵੇਲੇ ਕਹਿੰਦੇ ਨੇ ਸੋ ਬੱਦਲ ਘਟਾਂ ਆ ਗਈਆਂ, ਜਿੰਨਾ ਲੋੜ ਸੀ ਉਹਨਾਂ ਮੀਂਹ ਪੈ ਗਿਆ। ਸਭ ਦੇਸ ਦੁਕਾਲ ਅੰਤਕ ਹਰਿਓ। ਤੋ ਕਹਿੰਦੇ ਨੇ ਜਿਹੜਾ ਕਾਲ ਪੈਣ ਦਾ ਡਰ ਸੀ ਨਾ, ਉਹ ਸਭ ਦੂਰ ਹੋ ਗਿਆ। ਸੁਣ ਕੇ ਮਹਿਮਾ ਮਹਿਪਾਲਕ ਸੋ। ਉਹ ਜਿਹੜਾ ਰਾਜਾ ਸੀ ਜਿਹਨੂੰ ਲੋਕ ਰੱਬ ਕਰਕੇ ਪੂਜਦੇ ਸੀ, ਉਹਨੇ ਜਦੋਂ ਮਹਿਮਾ ਸੁਣੀ ਨਾ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ, ਕਰ ਆਵਨਤਾ ਤਤਕਾਲਕ ਸੋ। ਤੋ ਝੱਟ ਹੀ ਉਹ ਰਾਜਾ ਵੀ ਫਿਰ ਚੱਲ ਕੇ ਆਇਆ ਗੁਰੂ ਦੇ ਚਰਨਾਂ ਵਿੱਚ। ਬਹੁ ਭੇਟ ਲਏ ਭੱਟ ਭੀਰ ਬੜੀ। ਤੋ ਬਹੁਤ ਸਾਰੀ ਭੇਟਾਂ ਲਈ ਰਾਜਾ ਹੈ,
ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਆਇਆ ਹੈ। ਸਰਦਾ ਉਰ ਆਨ ਵਧੇਕ ਗੱਡੀ, ਤਾਂ ਬਹੁਤ ਗਾੜੀ ਹੀ ਸਰਦਾ ਸਾਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ ਵਧੀ ਹੈ ਰਾਜੇ ਦੀ ਵੀ। ਕਰਨਾ ਕਰ ਰਾਜਤ ਥਾਏ ਜਹਾਂ, ਇਸ ਪ੍ਰਕਾਰ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜਿੱਥੇ ਫੱਬ ਰਹੇ ਸਨ, ਪਹੁੰਚਿਓ ਚਿਤ ਚਾਹੇ ਕਰੰਤ ਤਹਾਂ, ਮਨ ਦੀ ਚਿੱਤ ਦੀ ਇੱਛਾ ਕਰਕੇ ਝਟ ਉੱਥੇ ਪਹੁੰਚ ਗਿਆ ਹੈ। ਮਨ ਦੀਨ ਭਇਓ ਅਸ਼ਟਾਂਗ ਕਰੀ, ਤੇ ਬੜਾ ਅਧੀਨ ਹੋ ਕਰਕੇ ਰਾਜੇ ਨੇ ਅਦਬ ਦੇ ਸਹਿਤ ਸਾਹਿਬ ਗੁਰੂ ਨਾਨਕ ਦੇ ਚਰਨ ਅਸ਼ਟਾਂਗ 8 ਅੰਗ ਧਰਤੀ ਤੇ ਲਾ ਕੇ ਨਮਸਕਾਰ ਕੀਤੀ ਹੈ। ਬਹੁ ਬੈਨ ਬਿਨੈ ਭਨ ਹਉ ਜੋ ਜਰੀ, ਇਸ ਪ੍ਰਕਾਰ ਧੰਨ ਮੇਰੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਸ ਨੇ ਬਹੁਤ ਜਿਹਦੀ ਹੰਗਤਾ ਜਰ ਗਈ, ਭਾਵ ਨਿਮਰਤਾ ਹੈ ਮਨ ਵਿੱਚ, ਤੇ ਬੜੇ ਬੇਨਤੀ ਅਧੀਨਗੀ ਦੇ ਸਹਿਤ ਮਹਾਰਾਜ ਨੂੰ ਬੇਨਤੀ ਕੀਤੀ ਰਾਜੇ ਨੇ। ਤੁਮ ਸੰਤ ਸੰਪੂਰਨ ਜੋਤ ਕਲਾ, ਤੁਸੀਂ ਮਹਾਰਾਜ ਪੂਰਨ ਸੰਤ ਹੋ, ਸੋ ਇਸ ਪ੍ਰਕਾਰ ਜੋਤੀ ਸਰੂਪ ਹੋ, ਸੋ ਕਲਾ ਸ਼ਕਤੀਆਂ ਦੇ ਸਮਰੱਥ ਹੋ। ਉਪਦੇਸ਼ ਦਿਜੈ ਨਿਜ ਹੋਏ ਭਲਾ, ਮਹਾਰਾਜ ਸਾਨੂੰ ਉਪਦੇਸ਼ ਦਿਓ ਆਪਣਾ, ਜਿਹਦੇ ਨਾਲ ਸਾਡਾ ਭਲਾ ਹੋ ਜਾਵੇ। ਅਨਜਾਨ ਪੁਨੇ ਮਹਦੇਸ ਸਭੈ, ਹੇ ਮਹਾਰਾਜ ਅਸੀਂ ਅਣਜਾਣ ਸਾਂ, ਇਹ ਸਾਰਾ ਹੀ ਇਲਾਕਾ ਦੇਸ਼ ਸਾਡਾ ਜੋ ਹੈ। ਕਰਤਾਰ ਨ ਜਾਣਹਿ ਕੌਣ ਕਬੈ, ਸਾਨੂੰ ਤਾਂ ਮਹਾਰਾਜ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਕੌਣ ਤੇ ਕਿੱਥੇ ਕੋਈ ਕਰਤਾਰ ਹੁੰਦਾ ਹੈ, ਰੱਬ ਦਾ ਸਾਨੂੰ ਕੋਈ ਇਸ ਪ੍ਰਕਾਰ ਪਤਾ ਨਹੀਂ ਸੀ। ਬਰਖ ਮਗਵਾ ਜਪਤੇ ਜਬ ਹੀ, ਅਸੀਂ ਮਹਾਰਾਜ ਜਦੋਂ ਹੀ ਮਗਵਾ ਇੰਦਰ ਦੇਵਤੇ ਦਾ ਜਦੋਂ ਜਾਪ ਕਰਦੇ ਸੀ, ਬਹੁ ਹੋਏ ਪੱਕੈ ਕ੍ਰਿਸ ਜੋ ਸਭ ਹੀ, ਤੇ ਇਸ ਪ੍ਰਕਾਰ ਬਰਖਾ ਵਾਸਤੇ ਮਗਵਾ ਇੰਦਰ ਨੂੰ ਅਸੀਂ ਯਾਦ ਕਰਦੇ ਸੀ। ਬਹੁਤ ਬਰਖਾ ਹੁੰਦੀ ਸੀ, ਖੇਤ ਪੱਕ ਜਾਂਦੇ ਸਨ। ਇਹ ਰੀਤ ਪਰੰਪਰ ਦੇਸ ਵਿਖੈ, ਇਹ ਸਾਡੇ ਦੇਸ਼ ਇਲਾਕੇ ਦੇ ਵਿੱਚ ਇਹ ਪੁਰਾਣੇ ਸਮੇਂ ਦੀ ਬਹੁਤ ਪੁਰਾਣੀ ਮਰਜ਼ਾਦਾ ਮਹਾਰਾਜ, ਕਿ ਰਾਜਾ ਇੰਦਰ ਦਾ ਜਾਪ ਕਰਦਾ ਮੀਂਹ ਪੈ ਜਾਂਦਾ। ਤੁਮ ਆਨ ਹਟਾਵਨ ਕੀਨ ਲਖੈ, ਤੋ ਮਹਾਰਾਜ ਤੁਸਾਂ ਨੇ ਇਹ ਜਾਣ ਲਿਆ ਵੀ ਇਹ ਮਾੜੀ ਰੀਤੀ ਹੈ, ਇਉਂ ਜਾਣ ਕੇ ਤੁਸਾਂ ਨੇ ਮਹਾਰਾਜ ਉਹ ਸਾਡੀ ਪੁਰਾਣੀ ਪਰੰਪਰਾ ਹਟਾ ਦਿੱਤੀ ਹੈ, ਦੂਰ ਕੀਤੀ ਹੈ। ਅਬ ਜੋ ਵਿਦ ਦੇਹੋ ਬਤਾਏ ਹਮੈ, ਹੁਣ ਮਹਾਰਾਜ ਜੋ ਕਿਰਪਾ ਕਰਕੇ ਜਿਹੜੇ ਵਿਧੀ ਤਰੀਕਾ ਸਾਨੂੰ ਹੁਣ ਤੁਸੀਂ ਦੱਸੋਗੇ, ਮਿਲ ਸੋ ਕਰਹੀ ਅਨੁਸਾਰ ਸੋ ਮੈਂ, ਤਾਂ ਮੈਂ ਤੁਹਾਡੇ ਅਨੁਸਾਰੀ ਹਾਂ, ਜੋ ਆਪ ਜੀ ਹੁਕਮ ਕਰੋ ਉਸੇ ਤਰੀਕੇ ਨਾਲ ਹੀ ਅਸੀਂ ਹੁਣ ਕਰਤਾਰ ਦਾ ਤੁਸੀਂ ਨਾਮ ਕਿਹਾ ਯਾਦ ਕਰਿਆ ਕਰਾਂਗੇ। ਜਿਹ ਤੇ ਸੁਖ ਪਾਵਹਿ ਲੋਕ ਸਭੈ, ਜਿਸ ਕਰਕੇ ਸਾਰੇ ਲੋਕੀ ਸੁਖੀ ਹੋ ਜਾਣ ਜੀ। ਪਰ ਲੋਕ ਹੈ ਹੋਹੇ ਅਬੈ, ਤੋ ਮਹਾਰਾਜ ਲੋਕ ਪਰਲੋਕ ਵਿੱਚ ਭੈ ਤੋਂ ਰਹਿਤ ਜਿੱਦਾਂ ਹੋ ਜਾਣ, ਕਿਰਪਾ ਕਰੋ। ਲੱਖ ਕੈ ਮਹਿਮਾ ਗਰਵੀ ਤੁਮਰੀ, ਮਹਾਰਾਜ ਗਰਵੀ ਭਾਰੀ ਮਹਿਮਾ ਤੁਹਾਡੀ ਜਾਣ ਕੇ ਅਸੀਂ ਮਤ ਹੋਏ ਰਹੀ ਦਿੜਤਾ ਹਮਰੀ, ਸਾਡੀ ਮਤ ਤੁਹਾਡੇ ਚਰਨਾਂ ਤੇ ਹੁਣ ਪਰਪੱਕ ਹੋ ਗਈ ਹੈ, ਦ੍ਰਿੜ ਹੋ ਗਈ ਹੈ, ਕਿਰਪਾ ਕਰੋ। ਸ਼ਰਦਾ ਭਰ ਵਾਕ ਸੁਨੇ ਜਬ ਹੀ, ਜੋ ਇਉਂ ਸ਼ਰਧਾ ਭਰੇ ਬਚਨ ਇਹਨਾਂ ਦੇ ਰਾਜੇ ਦੇ ਸਤਿਗੁਰਾਂ ਨੇ ਸਰਵਣ ਕੀਤੇ ਹਨ, ਤਾਂ ਪਦ ਪੌਹਲ ਦੇਤ ਭਏ ਤਬ ਹੀ, ਧੰਨ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਫਿਰ ਉੱਥੇ ਅੰਮ੍ਰਿਤ ਛਕਾਇਆ, ਚਰਨ ਧੋ ਕਰਕੇ ਚਰਨ ਅੰਮ੍ਰਿਤ ਪਿਲਾਇਆ। ਮੇਰੇ ਸਤਿਗੁਰੂ ਜੀ ਦੇਖੋ ਮਹਾਨ ਮਹਿਮਾ ਹੈ। ਇਹੀ ਲੋਕ ਸਨ ਜਿਹੜੇ ਸੋ ਰਾਜੇ ਦੇ ਮਹਿਲਾਂ 'ਚ ਜਾਇਆ ਕਰਦੇ ਤੇ ਪੁਕਾਰਾਂ ਕਰਦੇ, ਫਰਿਆਦਾਂ ਕਰਦੇ, ਮੀਂਹ ਪਾ। ਤੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਧਰਤੀ ਤੇ ਆਸਣ ਲਾਇਆ, ਤੇ ਉਹ ਵੀ ਖੇਤਾਂ ਦੇ ਵਿੱਚ। ਤੇ ਅੱਜ ਗੁਰੂ ਨਾਨਕ ਦੀ ਕਰਨੀ ਵਰਤੀ ਹੈ ਕਿ ਮਹਿਲਾਂ ਦਾ ਵਾਸੀ ਰਾਜਾ ਜੋ ਪੂਜਾ ਕਰਾਉਂਦਾ ਸੀ, ਉਹ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੂਜਾ ਕਰਨ ਵਾਸਤੇ ਆਇਆ। ਇਹ ਗੁਰੂ ਨਾਨਕ ਦੀ ਸ਼ਕਤੀ ਹੈ। ਤੇ ਹਜ਼ੂਰ ਨੂੰ ਬੇਨਤੀਆਂ ਕਰਦੇ ਨੇ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਆਪਣੀ ਚਰਨ ਪਹੁਲ ਛਕਾ ਕਰਕੇ, ਅੰਮ੍ਰਿਤ ਦਾਤ ਬਖਸ਼ ਕਰਕੇ, ਨਾਮਦਾਨ ਬਖਸ਼ ਕਰਕੇ ਇਹ ਰਾਜੇ ਨੂੰ ਸਮੇਤ ਸੰਗਤਾਂ ਦੇ ਪਰਜਾ ਦੇ ਸਿੱਖ ਬਣਾਇਆ ਹੈ। ਉਪਦੇਸ਼ ਦਿਓ ਭਜੀਏ ਹਰ ਕੋ, ਤੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਉਹ ਜੋ ਕਰਤਾਰ ਜੋ ਹਰੀ ਵਾਹਿਗੁਰੂ ਹੈ ਉਸ ਦਾ ਭਜਨ ਕਰਿਆ ਕਰੋ। ਸਤ ਸੰਗਤ ਪ੍ਰੇਮ ਕਰੋ ਉਰ ਕੋ, ਤੇ ਆਪਣੇ ਹਿਰਦੇ ਵਿੱਚ ਸੋ ਇਕੱਠੇ ਹੋ ਕੇ ਨਾਮ ਜਪੋ, ਸੱਚ ਦੀ ਗੱਲ ਕਰੋ, ਸਤ ਸੰਗਤ ਵਿੱਚ ਪਿਆਰ ਕਰਿਆ ਕਰੋ। ਇਸ਼ਨਾਨ ਕਰੋ ਇੱਕ ਜਾਮ ਨਿਸਾ, ਭਾਈ ਜਦੋਂ ਇੱਕ ਪਹਿਰ ਰਾਤ ਰਹਿੰਦੀ ਹੋਵੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ। ਮਿਲ ਕੀਰਤ ਕੋ ਕਰ ਲਿਹੋ ਰਸਾ, ਇਸ ਪ੍ਰਕਾਰ ਤੇ ਫਿਰ ਮਿਲ ਕਰਕੇ ਬੜੇ ਪ੍ਰੇਮ ਦੇ ਸਹਿਤ ਵਾਹਿਗੁਰੂ ਜੀ ਦੀ ਰਸੀਏ ਬਣ ਕਰਕੇ ਕੀਰਤੀ ਜਸ ਕਰਿਆ ਕਰੋ। ਧਰਮਸਾਲ ਵਿਸਾਲ ਭਲੀ ਕਰੀਏ, ਤੇ ਇਹ ਧਰਮਸਾਲ ਸੋ ਉਹਨਾਂ ਸਮਿਆਂ 'ਚ ਨਾਮ ਧਰਮਸਾਲ, ਧਰਮ ਦੀ ਸਾਲ ਜਗ੍ਹਾ,
ਬਾਅਦ ਵਿੱਚ ਇਹਨਾਂ ਦਾ ਨਾਮ ਹੋਇਆ ਸੰਗਤ, ਛੋਟੀ ਸੰਗਤ ਵੱਡੀ ਸੰਗਤ। ਬਾਅਦ ਵਿੱਚ ਨਾਮ ਇਸ ਦਾ ਗੁਰਦੁਆਰਾ ਸਾਹਿਬ ਪਿਆ ਹੈ। ਈਰਖਾ ਪਰਖਾ ਸਰ ਕੋ ਹਰੀਏ। ਤਾਂ ਦੇਖੋ ਈਰਖਾ ਪਰਖਾ ਕਠੋਰ ਪੁਣਾ ਜਿਹੜਾ ਇਹ ਮਨ ਦੇ ਵਿੱਚੋਂ ਸਾਰਾ ਦੂਰ ਕਰੋ। ਸਤ ਸੀਲ ਸੰਤੋਖ ਸ਼ਿਮਾ ਧਰਨੀ। ਤੋ ਇਸ ਪ੍ਰਕਾਰ ਸਤ ਸੰਤੋਖ ਖਿਮਾ ਇਹਨਾਂ ਨੂੰ ਧਾਰਨ ਕਰਨਾ, ਸ਼ੁਭ ਗੁਣਾਂ ਨੂੰ। ਹਰ ਲੋਲ ਪਤਾ ਕਰਨਾ ਕਰਨੀ। ਤੇ ਇਸ ਪ੍ਰਕਾਰ ਸੋ ਲਾਲਚ ਦਾ ਤਿਆਗ ਕਰਨਾ, ਹਰ ਲੋਲਪਤਾ ਲਾਲਚ ਦਾ ਤਿਆਗ ਕਰਨਾ ਹੈ। ਤੇ ਇਸ ਪ੍ਰਕਾਰ ਤੇ ਕਿਰਪਾ ਕਰਨੀ, ਤਰਸ ਕਰਨਾ ਹੈ ਕਿਸੇ ਦੁਖੀ ਨੂੰ ਵੇਖ ਕੇ। ਚਸ਼ ਹੇਰ ਸ਼ੁਦਾ ਤੁਰ ਦੇ ਅਸਨਾ। ਜੇ ਕਿਸੇ ਨੂੰ ਚਸ਼ ਅੱਖਾਂ ਦੇ ਨਾਲ ਦੇਖੋ ਤੇ ਇਸ ਪ੍ਰਕਾਰ ਕੋਈ ਭੁੱਖਾ ਹੈ ਉਸ ਨੂੰ ਭੋਜਨ ਦਿਓ। ਨਗਨੰ ਨਰ ਕੋ ਦੀਜੀਏ ਬਸਨਾ। ਜੇ ਕੋਈ ਨੰਗਾ ਹੈ ਗਰੀਬ ਤਾਂ ਕਹਿੰਦੇ ਉਸ ਨੂੰ ਬਸਤਰ ਦਿਓ, ਉਹਦਾ ਸਿਰ ਢੱਕਿਆ ਜਾਵੇ। ਮਿਲ ਸੰਤਨ ਕਾਲ ਬਤੀਤ ਕਰੋ। ਤੋ ਭਾਈ ਸਿਮਰਨ ਕਰੋ ਤੇ ਜਿਹੜੇ ਸਿਮਰਨ ਵਿੱਚ ਆਤਮਾ ਸ਼ਾਂਤ ਸੰਤ ਲੋਕ ਹੋਣ ਉਹਨਾਂ ਦੀ ਸੰਗਤ ਕਰਿਆ ਕਰੋ। ਭਵ ਸਾਗਰ ਕੋ ਨਿਰਸੰਸ ਤਰੋ। ਫਿਰ ਕੋਈ ਸ਼ੰਕਾ ਨਹੀਂ, ਸੰਸਾਰ ਸਮੁੰਦਰ ਨੂੰ ਤਰ ਜਾਓਗੇ ਤੁਸੀਂ। ਸੁਨ ਕੇ ਉਪਦੇਸ਼ ਸੋ ਨਾਮ ਸਭੈ। ਜਦੋਂ ਪਰਮੇਸ਼ਵਰ ਦਾ ਨਾਮ ਸੁਣਿਆ, ਗੁਰੂ ਦਾ ਉਪਦੇਸ਼ ਸੁਣਿਆ, ਇਹ ਦੋ ਚੀਜ਼ਾਂ ਨੇ, ਇੱਕ ਹੈ ਦੀਖਿਆ, ਇੱਕ ਹੈ ਸਿੱਖਿਆ। ਦੀਖਿਆ ਜੋ ਨਾਮ ਦਾ ਦਾਨ ਬਖਸ਼ਿਆ, ਸਿੱਖਿਆ ਜੋ ਉਪਦੇਸ਼ ਬਖਸ਼ਿਆ, ਰਹਿਤ ਮਰਜ਼ਾਦਾ ਦੱਸੀ ਗੁਰੂ ਸਾਹਿਬ ਨੇ, ਇਹਨਾਂ ਨੇ ਸੁਣੀ ਹੈ। ਕਰ ਬੰਦ ਹੈ ਬੰਧਨ ਕੀਨ ਤਬੈ। ਤਾਂ ਇਹਨਾਂ ਲੋਕਾਂ ਨੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਧਰਮਸਾਲ ਰਚੀ ਤਤਕਾਲ ਤਹਾਂ। ਤੋ ਝਟ ਭਈ ਰਾਜਾ ਸੀ, ਸਾਰੀ ਪ੍ਰਜਾ ਸੀ, ਬਹੁਤ ਛੇਤੀ ਇਹਨਾਂ ਨੇ ਧਰਮਸਾਲ ਗੁਰਦੁਆਰਾ ਬਣਾ ਲਿਆ। ਅਰਬਿੰਦ ਬਲੋਚਨ ਬੈਸ ਜਹਾਂ। ਜਿੱਥੇ ਮੇਰੇ ਕਮਲ ਸਰੀਖੇ ਸੋ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਫਿਰ ਉੱਥੇ ਹੀ ਗੁਰਦੁਆਰਾ ਬਣਾ ਦਿੱਤਾ ਜਿੱਥੇ ਗੁਰੂ ਦੇ ਚਰਨ ਪੈ ਗਏ। ਗੁਣ ਖਾਨ ਇਸ ਉਪਕਾਰ ਕਰਿਓ। ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਐਸਾ ਉਪਕਾਰ ਕੀਤਾ ਇਹਨਾਂ ਲੋਕਾਂ ਤੇ। ਕਰਤਾਰ ਭਜੇ ਸਭ ਦੇਸ ਤਰਿਓ। ਤੋ ਇਹ ਪਰਮੇਸ਼ਵਰ ਦਾ ਨਾਮ ਜਪ ਕਰਕੇ, ਗੁਰਸਿੱਖੀ ਧਾਰਨ ਕਰਕੇ ਇਹ ਸਾਰਾ ਜਿਤਨਾ ਦੇਸ਼ ਇਲਾਕਾ ਸੀ ਤਰਿਆ ਹੈ ਭਵਜਲ ਤੋਂ। ਦਿਨ ਕੇਤਕ ਸ੍ਰੀ ਗੁਰ ਦੇਸ ਤਸੀ। ਤੋ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਕਿੰਨੇ ਕੁ ਦਿਨ ਇਸ ਦੇਸ਼ ਇਲਾਕੇ ਦੇ ਵਿੱਚ ਟਿਕੇ ਰਹੇ। ਨਰ ਕੀਨ ਉਧਾਰ ਰਹੇ ਸੋ ਜਸੀ। ਤੋ ਜਿੱਥੇ ਜਸ ਦੇ ਮਾਲਕ ਗੁਰੂ ਨਾਨਕ ਸਾਹਿਬ ਬੈਠੇ, ਅਨੇਕਾਂ ਲੋਕਾਂ ਦਾ ਉਧਾਰ ਕੀਤਾ। ਸ਼ਿਤਪਾਲ ਪ੍ਰਜਾ ਸਭ ਆਵਤ ਹੈ। ਹੁਣ ਉੱਥੇ ਗੁਰਦੁਆਰਾ ਬਣ ਗਿਆ, ਹੁਣ ਰਾਜਾ ਵੀ ਮੱਥਾ ਟੇਕਣ ਆਉਂਦਾ, ਪ੍ਰਜਾ ਵੀ ਸਾਰੀ ਆਉਂਦੀ ਹੈ। ਪਗ ਬੰਧਨ ਕੈ ਸੁਖ ਪਾਵਤ ਹੈ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਸੁਖ ਪ੍ਰਾਪਤ ਕਰਦੇ ਹਨ। ਸੁਨ ਸ੍ਰੀ ਮੁਖ ਤੇ ਸੁਖਵੰਤ ਗਿਰਾ। ਜਦੋਂ ਸੁਖ ਦੇਣ ਵਾਲੀ ਗੁਰੂ ਸਾਹਿਬ ਦੇ ਮੁਖ ਤੋਂ ਬਾਣੀ ਸੁਣਦੇ ਹਨ ਲੋਕ ਸਾਰੇ। ਸਭ ਕੋ ਉਰ ਪ੍ਰੇਮ ਕੇ ਸੰਗ ਭਰਾ। ਤੋ ਸਾਰਿਆਂ ਦਾ ਹਿਰਦਾ ਜਿਹੜਾ ਪ੍ਰੇਮ ਨਾਲ ਭਰ ਗਿਆ ਹੈ। ਮੇਰੇ ਸਤਿਗੁਰ ਦੇ ਚਰਨਾਂ ਦਾ ਪ੍ਰੇਮ ਜਾਗਿਆ ਹਰੇਕ ਹਿਰਦੇ ਵਿੱਚ। ਸਿਮਰਹਿ ਹਰ ਨਾਮਹਿ ਪ੍ਰੀਤ ਕਰੇ। ਤੋ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਨੇ, ਗੁਰੂ ਸਾਹਿਬ ਨਾਲ ਪਿਆਰ ਕਰਦੇ ਹਨ। ਮਿਲ ਆਪਸ ਮੈਂ ਬਹੁ ਭਾਉ ਧਰੈ। ਆਪੋ ਵਿੱਚ ਮਿਲਦੇ ਨੇ, ਹੁਣ ਬਹੁਤ ਪ੍ਰੇਮ ਕਰਦੇ ਨੇ ਇੱਕ ਦੂਜੇ ਨਾਲ। ਦੋਹਰਾ ਰਾਹਕ ਪੂਰਬ ਸਿੱਖ ਜੋ। ਜਿਹੜਾ ਇਹ ਪਹਿਲਾ ਕਿਸਾਨ ਜਿਹੜਾ ਸੀ ਗੁਰੂ ਦਾ ਸਿੱਖ ਬਣਿਆ, ਜਿਹਦੇ ਖੇਤ ਕੋਲ ਬੈਠੇ ਸਭ ਤੋਂ ਪਹਿਲਾਂ ਜਿਸ ਨੇ ਖੇਤ ਬੀਜਿਆ, ਉਹ ਜਿਹੜਾ ਜ਼ਿਮੀਦਾਰ ਸੀ। ਬੋਲਿਓ ਦਵੈ ਕਰ ਬੰਦ। ਉਹਨੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਪੁੱਤ ਕੋ ਕੁਛ ਪਤਾ ਮੁਝ ਦਰਸਾਵ ਹੋ ਸੁਖ ਕੰਦ। ਇਹ ਸੁਖਾਂ ਦੇ ਦਾਤੇ, ਤੁਸੀਂ ਕਿਰਪਾ ਕੀਤੀ ਹੈ, ਹੁਕਮ ਕੀਤਾ ਕਿ ਤੁਸੀਂ ਭਾਈ ਪਰਮੇਸ਼ਵਰ ਨੂੰ ਯਾਦ ਕਰੋ, ਕਰਤਾਰ ਨੂੰ ਯਾਦ ਕਰੋ, ਨਾਮ ਜਪੋ, ਤੁਹਾਡੇ ਕੰਮ ਸਾਰੇ ਪੂਰੇ ਹੋਣਗੇ। ਜਦੋਂ ਬੇਨਤੀ ਕੀਤੀ ਸੀ ਮਹਾਰਾਜ ਵੀ ਸਾਨੂੰ ਕਰਤਾਰ ਦਿਖਾਓ, ਤੁਸੀਂ ਕਿਹਾ ਵੀ ਉਹ ਦਿਸਦਾ ਤਾਂ ਨਹੀਂ, ਭਾਈ ਉਸ ਦੀ ਕੁਦਰਤ ਜਿਹੜੀ ਹੈ ਉਸ ਤੋਂ ਜਾਣਿਆ ਜਾਂਦਾ ਹੈ। ਤੇ ਮਹਾਰਾਜ ਫਿਰ ਕਿਰਪਾ ਕਰੋ, ਸਾਨੂੰ ਦੱਸੋ ਵੀ ਕੁਦਰਤ ਕੀ ਹੁੰਦੀ ਹੈ, ਸਾਨੂੰ ਕੁਦਰਤ ਦਿਖਾਓ ਉਸ ਵਾਹਿਗੁਰੂ ਦੀ। ਸ਼ੰਕਰ ਛੰਦ ਸੁਨ ਕਰ ਤਿਹ ਕੇ ਬਚ। ਉਸ ਦੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਕਰੀ ਗਿਰਾ ਉਚਾਰ। ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਜਾਹੋ ਖੇਤ ਮਹਿ ਬੂਟ ਉਪਾਰ ਹੋ। ਜਾਓ ਆਪਣੇ ਖੇਤ ਵਿੱਚ ਕਣਕ ਦਾ ਇੱਕ ਬੂਟਾ ਪੱਟ ਕੇ ਦੇਖੋ। ਦੇਖੋ ਕੁਦਰਤ ਭਾਰ। ਭਾਰੀ ਕੁਦਰਤ ਤੁਸੀਂ ਵੇਖ ਲਓਗੇ। ਇਹ ਜੋ ਹਰੀ ਖੇਤੀ ਹੈ, ਹਰੀ ਖੇਤੀ ਦਾ ਇੱਕ ਕਣਕ ਦਾ ਬੂਟਾ ਪੱਟੋ ਤੇ ਫਿਰ ਤੁਹਾਨੂੰ ਕੁਦਰਤ ਦਾ ਪਤਾ ਲੱਗ ਜੂਗਾ। ਅਚਰਜ ਜਿਹ ਕੋ ਰੂਪ ਲਖ ਜਤ। ਤੋ ਕਹਿੰਦੇ ਜਾਣੋ
ਉਹ ਕੁਦਰਤ ਦਾ ਰੂਪ ਬੜਾ ਅਚਰਜ ਹੈ, ਸਕੇ ਕੌਣ ਨਾ ਚੀਨ। ਕੋਈ ਵੀ ਉਸ ਨੂੰ ਜਾਣ ਨਹੀਂ ਸਕਦਾ ਹੈ। ਸੁਰ ਨਰ ਅਸੁਰ ਇਹ ਤਰਹਿ। ਤੋ ਕਹਿੰਦੇ ਨੇ ਭਾਵੇਂ ਦੇਵਤੇ, ਭਾਵੇਂ ਦੈਂਤ ਹਨ, ਭਾਵੇਂ ਸੱਪ ਨੇ, ਸੋ ਇਹ ਜਿਹੜੇ ਸਾਰੇ ਹੀ ਹਨ। ਤਾਂ ਕਿ ਉਰਦ ਜਿਨ ਇਹ ਕੀਨ। ਜਿਸ ਮਾਲਕ ਨੇ ਸੋ ਅਰਧ ਉਦਰ ਹੇਠਾਂ ਪਤਾਲ ਤੇ ਉੱਪਰ ਆਕਾਸ਼ ਜਿਸ ਵਾਹਿਗੁਰੂ ਨੇ ਕੀਤੇ ਹਨ ਤੇ ਜੂਨਾ ਬਣਾਈਆਂ ਨੇ। ਨਿਜ ਕਾਨ ਸੁਨ ਮਤਵਾਨ ਮਾਨਵ। ਤੋ ਇਹ ਮਨੁੱਖੋ ਇਸ ਪ੍ਰਕਾਰ ਆਪਣੇ ਕੰਨਾਂ ਦੇ ਨਾਲ ਸੁਣ ਲਓ। ਖੇਤ ਮਹਿ ਤਬ ਜਾਏ। ਇਹ ਸੁਣ ਕਰਕੇ ਇਹਨਾਂ ਸਿਆਣੇ ਲੋਕਾਂ ਨੇ ਗੁਰੂ ਦਾ ਬਚਨ ਸੁਣਿਆ ਤੇ ਸੁਣ ਕਰਕੇ ਆਪਣੇ ਖੇਤ ਵਿੱਚ ਗਏ ਹਨ। ਗੋਧੂਮ ਬੂਟ ਉਖਾਰ ਦੇਖਿਓ। ਤੋ ਗੋਧੂਮ ਬੂਟ ਉਖਾਰ, ਕਹਿੰਦੇ ਨੇ ਬੂਟਾ ਜਿਸ ਵੇਲੇ ਕਣਕ ਦਾ, ਗੋਧੂਮ ਕਣਕ ਦਾ ਬੂਟਾ ਪੱਟਿਆ ਹੈ ਜਦੋਂ, ਹਰਿਓ ਰਹਿਓ ਉਰ ਬਿਸਮਾਏ। ਹੈਰਾਨ ਰਹਿ ਗਏ ਨੇ ਜਿਸ ਵੇਲੇ ਕਣਕ ਦਾ ਬੂਟਾ ਪੱਟ ਕੇ ਇਹਨਾਂ ਲੋਕਾਂ ਨੇ ਦੇਖਿਆ। ਅੰਗਾਰ ਅਗਨੀ ਅਰਨ ਦੀਸਤ। ਤੇ ਕੀ ਤੱਕਦੇ ਨੇ, ਹਰਿਆ ਭਰਿਆ ਬੂਟਾ ਕਣਕ ਦਾ ਪੁੱਟਿਆ ਤੇ ਥੱਲੇ ਕੀ ਹੈ, ਲਾਲ ਰੰਗ ਦੇ ਅੰਗਿਆਰ ਭਖ ਰਹੇ ਨੇ ਅੱਗ ਦੇ। ਇਉਂ ਦੇਖਿਆ ਜਦੋਂ, ਤੇਜ ਨਹਿ ਸਹਿ ਜਾਏ। ਇਤਨਾ ਸੇਕ ਹੈ ਕਿ ਉੱਥੇ ਖੜਿਆ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਕੌਤਕ ਵਿਖਾਇਆ ਕੁਦਰਤ ਕੀ ਹੁੰਦੀ ਹੈ, ਰੱਬ ਦੀ ਸ਼ਕਤੀ, ਪਰਮੇਸ਼ਵਰ ਦੀ ਸ਼ਕਤੀ ਅਥਾਹ ਹੈ, ਜਾਣੀ ਨਹੀਂ ਜਾ ਸਕਦੀ। ਇਸ ਪ੍ਰਕਾਰ ਸਾਹਿਬ ਗੁਰੂ ਨਾਨਕ ਸਾਹਿਬ ਇਹਨਾਂ ਲੋਕਾਂ ਨੂੰ ਵਾਹਿਗੁਰੂ ਪਰਮੇਸ਼ਰ ਵਿੱਚ ਭਰੋਸਾ ਦੇਣ ਵਾਸਤੇ ਇਹ ਕੌਤਕ ਕਰਕੇ ਵਿਖਾਇਆ ਹੈ। ਸਭ ਲੋਕ ਹੇਰਨ ਹੇਤ ਦੌਰੇ। ਸਭ ਲੋਕੀ ਵੇਖਣ ਵਾਸਤੇ ਭੱਜ ਭੱਜ ਕੇ ਆਏ ਨੇ। ਹੈ ਕੁਦਰਤ ਕੈਸੀ, ਉਹ ਹਰਾ ਕਣਕ ਦਾ ਬੂਟਾ ਤੇ ਥੱਲੇ ਅੱਗ ਦੇ ਅੰਗਿਆਰ ਭਖਦੇ, ਸੇਕ ਬਹੁਤ ਹੈ। ਇਉਂ ਜਾਣ ਕੇ ਬਹੁਤ ਜਨ ਮਨ ਚਾਏ। ਜਿਹਨਾਂ ਦੇ ਮਨ ਵਿੱਚ ਬੜਾ ਚਾਅ ਆ ਵੀ ਦੇਖੀਏ ਹੈ ਇਹ ਕਿੱਦਾਂ ਹੋ ਸਕਦਾ ਹੈ। ਤੋ ਮਹਾਰਾਜ ਨੇ ਕਹਿੰਦੇ ਭਈ ਸਾਧੂ ਨੇ, ਬੜੇ ਮਹਾਂਪੁਰਖ ਪੂਰਨ ਨੇ, ਵੀ ਕੁਦਰਤ ਵਿਖਾ ਦਿੱਤੀ ਹੈ। ਹੇਰ ਹੇਰ ਅਚਰਜ ਮਨ ਹੈ। ਤੋ ਦੇਖ ਦੇਖ ਕਰਕੇ ਲੋਕੀ ਹੈਰਾਨ ਹੁੰਦੇ, ਅਚਰਜ ਹੁੰਦੇ ਹਨ। ਅਗਨ ਪਰ ਪਿਖ ਖੇਤਾ। ਕਹਿੰਦੇ ਅੱਗ ਦੇ ਉੱਤੇ ਖੇਤੀ ਹਰੀ ਹੋ ਰਹੀ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ। ਜਿਹ ਸ਼ੋਵਤ ਜਰਹੀ ਦਾਰ। ਕਿ ਜਿਸ ਅੱਗ ਨੂੰ, ਇੰਨੇ ਸੇਕ ਨੂੰ ਸੋ ਛੋਂਦਿਆਂ ਸਾਰ ਹੀ ਲੱਕੜਾਂ ਬਲ ਜਾਂਦੀਆਂ ਹਨ। ਕੁਦਰਤ ਸਭ ਹਰੀ ਪੀ ਕਿਹ ਹੇਤ। ਤੇ ਦੱਸੋ ਇਹ ਕੀ ਕਾਰਨ ਹੈ ਕਿ ਖੇਤੀ ਇਹੋ ਜਿਹੇ ਅੱਗ ਦੇ ਸੇਕ ਦੇ ਉੱਤੇ ਹਰੀ ਹੈ। ਭਾਵ ਪਰਮੇਸ਼ਰ ਵਾਹਿਗੁਰੂ ਜੀ ਨੇ ਜੋ ਸਾਡੇ ਸਰੀਰ ਨੇ, ਸਾਡੇ ਸਰੀਰਾਂ ਵਿੱਚ ਵੀ ਅੱਗ ਹੈ। ਇਸ ਨੂੰ ਕਹੀਦਾ ਜਠਰਾਗਨ, ਜਿਸ ਨੂੰ ਦੂਸਰੇ ਸ਼ਬਦਾਂ ਵਿੱਚ ਕਹੀਦਾ ਕਿ ਪਾਚਨ ਸ਼ਕਤੀ, ਹਜਮ ਸ਼ਕਤੀ। ਅਸੀਂ ਦੇਖੋ ਜਿੱਦਾਂ ਦੇ ਹਰੇ ਕੱਚੇ ਜੋ ਵੀ ਭੋਜਨ ਛਕੀਏ ਹਜਮ ਹੁੰਦਾ ਹੈ। ਸਾਡੇ ਸਰੀਰ ਦੀ ਜਠਰਾਗਨ ਅਗਨੀ ਹੈ। ਸਾਡੇ ਸਰੀਰ ਦਾ ਤਾਪਮਾਨ 98 ਡੈਸੀਮਲ 4 ਨਾਰਮਲ ਮੰਨਿਆ ਹੈ, ਅਗਨੀ ਹੈ। ਇਹਨੂੰ ਕਹੀਦਾ ਜਠਰਾਗਨ, ਜੋ ਸਾਡੇ ਪਸ਼ੂਆਂ ਪੰਛੀਆਂ ਆਦਿਕ ਵਿੱਚ ਵਰਤਦੀ। ਤੇ ਜਿਹੜੀ ਇਸ ਪ੍ਰਕਾਰ ਇਹ ਖੇਤੀਆਂ ਨੇ, ਦਰਖਤ ਬੂਟੇ ਨੇ, ਬਨਸਪਤੀ ਹੈ, ਇਹਨੂੰ ਕਿਹਾ ਸਮਾਨ ਅਗਨੀ। ਕਿਉਂਕਿ ਇਹ ਵੀ ਬੂਟੇ ਜੜ੍ਹਾਂ ਦੁਆਰਾ ਧਰਤੀ ਦੇ ਵਿੱਚੋਂ ਖੁਰਾਕ ਲੈਂਦੇ ਨੇ, ਵੱਧਦੇ ਫੁੱਲਦੇ ਨੇ। ਪੱਤਿਆਂ ਦੁਆਰਾ ਹਵਾ ਦੇ ਵਿੱਚੋਂ ਇਹ ਸਾਹ ਲੈਂਦੇ ਨੇ ਤੇ ਇਹਨਾਂ ਦਾ ਵਾਧਾ ਹੁੰਦਾ। ਤੇ ਇਹ ਜਿਹੜੇ ਖੁਰਾਕ ਲੈ ਕਰਕੇ ਵੱਧਦੇ ਨੇ, ਇਹਨਾਂ ਵਿੱਚ ਸਮਾਨ ਅਗਨੀ। ਗੁਰੂ ਨਾਨਕ ਸਾਹਿਬ ਨੇ ਕੌਤਕ ਕਰਕੇ ਉਹ ਅਗਨੀ ਇਹਨਾਂ ਨੂੰ ਦਿਖਾ ਦਿੱਤੀ ਹੈ। ਕਰਤਾਰ ਕੁਦਰਤ ਅਤ ਬਲ ਸਟ ਹੈ। ਤੋ ਕਹਿੰਦੇ ਨੇ ਭਾਈ ਵਾਹ, ਇਹ ਤਾਂ ਭਾਈ ਸੰਤਾਂ ਨੇ ਨਾ, ਸਤਿਗੁਰੂ ਨਾਨਕ ਸਾਹਿਬ ਜੀ ਨੇ ਸੋ ਕਰਤਾਰ ਦੀ ਕੁਦਰਤ ਬਲਿਸ਼ਟ, ਜੋ ਬੜੀ ਭਾਰੀ ਹੈ, ਭਾਰੀ ਜੋ ਪਰਮੇਸ਼ਵਰ ਦੀ ਕੁਦਰਤ ਹੈ ਵਿਖਾਈ ਹੈ। ਕੀਨ ਅਚਰਜ ਬਾਤ। ਕਹਿੰਦੇ ਬੜੀ ਆਸ਼ਚਰਜ ਗੱਲ ਹੈ, ਕੌਣ ਕਰ ਸਕਦਾ ਇਹੋ ਜਿਹੀ ਗੱਲ। ਇਹ ਤਾਂ ਇਹ ਗੁਰੂ ਨਾਨਕ ਦਾ ਹੀ ਪ੍ਰਤਾਪ ਹੈ। ਅਗਨ ਉਪਰ ਕ੍ਰਿਸ ਬ੍ਰਿਦਤ। ਕਹਿੰਦੇ ਥੱਲੇ ਅੱਗ ਹੈ ਤੇ ਉੱਪਰ ਕਹਿੰਦੇ ਖੇਤੀ ਹਰੀ ਹੋ ਕੇ ਵੱਧ ਰਹੀ ਹੈ। ਹਰੀ ਬਹੁ ਜਿਹ ਪਾਤ। ਤੇ ਬੜੇ ਸੋਹਣੇ ਹਰੇ ਪੱਤਰੇ ਨੇ, ਬੜੀ ਸੁੰਦਰ ਖੇਤੀ ਹਰੀ ਭਰੀ, ਤੇ ਥੱਲੇ ਉਹਦੇ ਅੱਗ। ਵਾਕਿਆ ਹੀ ਕੁਦਰਤ ਹੈ ਭਈ, ਕਰਤਾਰ ਦੀ ਕੁਦਰਤ ਬਹੁਤ ਬਲੀ ਹੈ, ਬਲਿਸ਼ਟ ਹੈ, ਭਾਰੀ ਹੈ। ਕਰਤਾਰ ਬਹੁਰ ਲਖਾਏ ਕੁਦਰਤ। ਤਾਂ ਕਹਿੰਦੇ ਫਿਰ ਇਹ ਵਾਹਿਗੁਰੂ ਪਰਮੇਸ਼ਵਰ ਦੀ ਕੁਦਰਤ ਤੋਂ, ਕਹਿੰਦੇ ਫਿਰ ਕੁਦਰਤ ਕਰਕੇ ਵਸਿਆ ਸੋਏ, ਫਿਰ ਪਰਮੇਸ਼ਵਰ ਦਾ ਗਿਆਨ ਹੁੰਦਾ ਹੈ। ਸਤ ਨਾਮ ਜਪਾਏ। ਧੰਨ ਗੁਰੂ ਸਾਹਿਬ ਨੇ ਇਉਂ ਕੁਦਰਤ ਵਿਖਾ ਦਿੱਤੀ ਤੇ ਫਿਰ ਉਸ
ਕੁਦਰਤ ਦੇ ਕਾਦਰ ਦਾ ਨਾਮ ਜਪਾਇਆ ਲੋਕਾਂ ਨੂੰ, ਕਰ ਧਰਮਸ਼ਾਲਾ ਗ੍ਰਾਮ ਗ੍ਰਾਮ ਹੈ। ਤਾਂ ਇਹਨਾਂ ਲੋਕਾਂ ਨੇ ਫਿਰ ਇਹਦਾ ਰਾਜਾ ਸੀ, ਰਾਜੇ ਦਾ ਹੁਕਮ ਹੋ ਗਿਆ। ਤਾਂ ਕਹਿੰਦੇ ਪਿੰਡਾਂ ਪਿੰਡਾਂ ਵਿੱਚ ਫਿਰ ਗੁਰਦੁਆਰੇ ਧਰਮਸ਼ਾਲਾ ਬਣ ਗਈਆਂ। ਨਾਮ ਦਾਨ ਦ੍ਰਿੜਾਏ। ਤੇ ਸਭਨਾਂ ਦੇ ਤਾਂ ਹੀ ਪਰਮੇਸ਼ਰ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਦਾ ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ, ਉਹਦੇ ਵਿੱਚੋਂ ਵੰਡ ਕੇ ਛਕਣਾ, ਲੰਗਰ ਲਾਉਣੇ, ਗੁਰੂ ਸਾਹਿਬ ਦੇ ਗੁਰੂ ਘਰ ਬਣਾਉਣੇ, ਗਰੀਬਾਂ ਦਾ ਭਲਾ ਕਰਨਾ ਸ਼ੁਰੂ ਕੀਤਾ। ਤਬ ਕੀਨ ਦੇਸ ਪਵਿੱਤਰ ਸਗਰੋ। ਇਉਂ ਮੇਰੇ ਗੁਰੂ ਨਾਨਕ ਸਾਹਿਬ ਨੇ ਇਹ ਸਾਰਾ ਹੀ ਦੇਸ਼ ਜਿਹੜਾ ਪਵਿੱਤਰ ਕਰ ਦਿੱਤਾ ਹੈ, ਇਹ ਕਿਰਪਾ ਕਰਕੇ। ਲੱਗੇ ਕੀਰਤ ਗਾਨ। ਸਭ ਲੋਕ ਪਰਮੇਸ਼ਵਰ ਦਾ ਜਸ ਕਰਨ ਲੱਗੇ ਹਨ। ਸਭ ਚੱਲੀ ਰੀਤ ਪੁਨੀਤ ਸਿੱਖੀ। ਸਿੱਖੀ ਦੀ ਪਵਿੱਤਰ ਮਰਜ਼ਾਦਾ ਚੱਲ ਪਈ ਇਹ ਸਾਰੇ ਲੋਕਾਂ ਦੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ। ਸਤਿਗੁਰੂ ਕੁਰਬਾਨ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਤੋਂ ਕੁਰਬਾਨ ਹੋਈਏ। ਨਰ ਕਰਹਿ ਕੀਰਤ ਪ੍ਰੀਤ। ਤੋਂ ਬੜੇ ਪ੍ਰੇਮ ਦੇ ਸਹਿਤ ਲੋਕ ਬੜਾ ਸੁੰਦਰ ਵਾਹਿਗੁਰੂ ਦਾ ਜਸ ਕਰਦੇ ਹਨ। ਗੁਰਧਾਰੀ ਸ਼ਰਧਾ ਨਾਮ। ਤੇ ਸਾਰਿਆਂ ਨੇ ਮਨਾਂ ਦੇ ਵਿੱਚ ਪਰਮੇਸ਼ਵਰ ਦੇ ਨਾਮ ਵਿੱਚ ਸ਼ਰਧਾ ਧਾਰਨ ਕੀਤੀ ਹੈ। ਬਰ ਪਰਮ ਦਾ ਅਪਵਰਗ ਸੁਮਰਨ। ਇਸ ਪ੍ਰਕਾਰ ਪਰਮੇਸ਼ਵਰ ਦਾ ਸਿਮਰਨ ਕਰਕੇ ਅਪਵਰਗ ਮੁਕਤੀ ਦੇ ਅਧਿਕਾਰੀ ਬਣੇ ਹਨ। ਧਰਮ ਅਰਥ ਹੈ ਕਾਮ। ਧਰਮ ਅਰਥ ਕਾਮ ਮੋਖ ਚਾਰ ਪਦਾਰਥਾਂ ਦੇ ਅਧਿਕਾਰੀ ਬਣ ਗਏ ਹਨ। ਜਿਸ ਨਾਮ ਤੇ ਸੁਖ ਧਾਮ ਪ੍ਰਾਪਤ। ਜਿਸ ਨਾਮ ਤੋਂ ਸੁੱਖਾਂ ਦਾ ਘਰ ਪਰਮੇਸ਼ਵਰ ਤੇ ਉਸ ਦਾ ਸੋ ਸਹਿਜ ਕਰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਤਰੇ ਪਤਤ ਅਨੇਕ। ਅਨੇਕਾਂ ਹੀ ਪਾਪੀਆਂ ਦਾ ਉਧਾਰ ਹੋਇਆ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ। ਜੋ ਗੈਨ ਸੁਨੀ ਨਾਗ ਸਦਨਾ। ਉਹ ਕਹਿੰਦੇ ਨੇ ਇਸ ਪ੍ਰਕਾਰ ਗੈਨ ਆਕਾਸ਼ ਹੈ, ਸੋਨੀ ਧਰਤੀ ਹੈ, ਸੋ ਨਾਗ ਜੋ ਸੱਪ ਆਦਿਕ ਸੱਪਾਂ ਦਾ ਘਰ ਕੀ ਪਤਾਲ ਜੋ ਹੈ। ਬ੍ਰਹਮ ਅੰਡ ਹੈ ਟੇਕ। ਜੋ ਸਾਰੇ ਬ੍ਰਹਮੰਡ ਦੀ ਟੇਕ ਆਸਰਾ ਅਕਾਲ ਪੁਰਖ ਪਰਮੇਸ਼ਵਰ ਹੈ, ਉਸ ਨਾਮ ਦਾ ਸਿਮਰਨ ਗੁਰੂ ਸਾਹਿਬ ਨੇ ਕਰਵਾਇਆ ਹੈ। ਤਿਹ ਕੋ ਮੁਨਾਫਕ ਨਾਮ ਪੂਰਬ। ਉਹ ਕਹਿੰਦੇ ਇਹਦਾ ਨਾਮ ਪੂਰਾ ਪਹਿਲਾ ਨਾਮ ਸੀ ਮੁਨਾਫਕ ਦੇਸ਼ ਜਿਹੜਾ ਸੀ। ਤਾਂ ਭਾਈ ਡਾਕਟਰ ਵੀਰ ਸੁਣਾ ਨੇ ਇੱਥੇ ਖੋਜ ਕਰਕੇ ਦੱਸਿਆ ਹੈ ਭਈ ਮੁਨਾਫਕ ਦੇਸ਼ ਇਲਾਕਾ ਜਿਹੜਾ ਹੈ ਇਹ ਮੁਨਾਫਕ ਕੋਈ ਨਾਮ ਇਲਾਕੇ ਦਾ ਨਹੀਂ ਮਿਲਦਾ ਹੈ। ਇਸ ਪ੍ਰਕਾਰ ਤੋ ਇੱਥੇ ਹੁਣ ਇੰਦਰ ਦੀ ਪੂਜਾ ਜੋ ਲਿਖੀ ਹੈ ਇਹ ਭਾਰਤ ਦੇ ਵਿੱਚ ਹੀ ਕਿਸੇ ਜਗ੍ਹਾ ਦਾ ਨਾਮ ਹੈ। ਇਸ ਤਰੀਕੇ ਦੇ ਨਾਲ ਸੋ ਜਿਹੜੀ ਇੰਦਰ ਦੀ ਪੂਜਾ ਆਦਿਕ ਦੱਸੀ ਹੈ ਤੇ ਇਸ ਪ੍ਰਕਾਰ ਤੇ ਮੁਨਾਫਕ ਜਿਹੜਾ ਹੈ ਕਹਿੰਦੇ ਇਹ ਨਾਮ ਤੋਂ ਲੱਗਦਾ ਹੈ ਕਿ ਕੋਈ ਮੁਸਲਮਾਨਾਂ ਦਾ ਇਲਾਕਾ ਹੈ। ਤਾਂ ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਫਿਰ ਸਤਿਗੁਰ ਦੀਨ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਇਹਦਾ ਹੁਣ ਮੁਨਾਫਕ ਨਾਮ ਨਹੀਂ ਰੱਖਣਾ, ਨਾਮ ਬਦਲਿਆ ਗੁਰੂ ਸਾਹਿਬ ਨੇ। ਪੁਨ ਦੇਸ ਸਵਾਲਿਓ ਰਾਖਿਓ। ਮੇਰੇ ਸਤਿਗੁਰੂ ਨੇ ਕਿਹਾ ਇਹਦਾ ਨਾਮ ਰੱਖੋ ਸਵਾਲਿਓ ਦੇਸ਼। ਸਵਾਲਿਓ ਨਾਮ ਹੈ ਸੁੰਦਰ ਦਾ, ਗੁਰੂ ਸਾਹਿਬ ਨੇ ਸੁੰਦਰਤਾ ਬਖਸ਼ ਦਿੱਤੀ, ਸਵਾਲਿਓ ਦੇਸ਼ ਨਾਮ ਰੱਖ ਦਿੱਤਾ ਬਦਲ ਕੇ। ਕਰ ਰੀਤ ਰੁਚਰ ਨਵੀਨ। ਮੇਰੇ ਸਤਿਗੁਰੂ ਜੀ ਨੇ ਇਹ ਨਵੀਂ ਮਰਜ਼ਾਦਾ ਉੱਥੇ ਗੁਰਸਿੱਖੀ ਦੀ ਤੋਰੀ ਹੈ, ਲੋਕਾਂ ਨੂੰ ਸਿੱਖ ਬਣਾ ਕਰਕੇ ਉਹਦੇ ਇਲਾਕੇ ਦਾ ਨਾਮ ਜਿਹੜਾ ਨਵਾਂ ਰੱਖਿਆ ਹੈ ਤੇ ਨਵੀਂ ਰੀਤ ਮਰਜ਼ਾਦਾ ਗੁਰਸਿੱਖੀ ਦੀ ਬਖਸ਼ਿਸ਼ ਕੀਤੀ ਹੈ। ਇਸ ਭਾਂਤ ਕਰ ਉਪਕਾਰ ਤਿੰਨ ਪਰ। ਉਹਨਾਂ ਦੇ ਉੱਤੇ ਮਹਾਨ ਉਪਕਾਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਚੱਲਨ ਮਨਸਾ ਕੀਨ। ਇੱਥੋਂ ਮਹਾਰਾਜ ਨੇ ਚੱਲਣ ਦੀ ਮਨਸ਼ਾ ਇੱਛਾ ਕੀਤੀ ਹੈ। ਹੁਣ ਚੱਲੀਏ ਇੱਥੋਂ। ਭਵ ਸੇਤ ਕੀਰਤ ਕਰਨ ਧਰਨੀ। ਧਰਤੀ ਦੇ ਉੱਤੇ ਸੰਸਾਰ ਤੋਂ ਤਰਨ ਵਾਸਤੇ ਮਹਾਰਾਜ ਨੇ ਇਹ ਵਾਹਿਗੁਰੂ ਦੇ ਜਸ ਦਾ ਪੁਲ ਬੰਨਿਆ ਹੈ। ਜਾਹੇ ਸਿੱਖ ਸੁਖ ਦੀਨ। ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਸੁਖ ਬਖਸ਼ਿਸ਼ ਕੀਤਾ ਹੈ। ਕਰ ਭੂਪ ਪਰਜਾ ਪਰ ਖੁਸ਼ੀ। ਮਹਾਰਾਜ ਰਾਜੇ ਤੇ ਇੱਥੋਂ ਦੀ ਪਰਜਾ ਤੇ ਖੁਸ਼ੀ ਕੀਤੀ ਹੈ। ਗੁਰ ਗਏ ਆਨ ਅਸਥਾਨ। ਹਜੂਰ ਪਾਤਸ਼ਾਹ ਇਸ ਦੇਸ਼ ਤੋਂ ਹੋਰ ਇਲਾਕੇ ਵਿੱਚ ਚਲੇ ਗਏ ਹਨ। ਪਛਚਾਤ ਨਰ ਝੂਰਤ ਹਿਰਦੈ। ਤੇ ਜਿਸ ਵੇਲੇ ਗੁਰੂ ਸਾਹਿਬ ਚਲੇ ਗਏ ਇਹ ਸਾਰੇ ਹੀ ਲੋਕ ਬਾਅਦ ਵਿੱਚ ਬੜੇ ਝੋਰੇ ਵਿੱਚ ਨੇ। ਸੋ ਇਸ ਪ੍ਰਕਾਰ ਸੋ ਪਛਤਾਉਂਦੇ ਹਨ। ਤਬ ਰਹੇ ਹਮ ਅਨਜਾਨ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਰੱਬ ਹੀ ਸੀ ਸਾਡੇ ਕੋਲ ਆਏ। ਕਹਿੰਦੇ ਅਣਜਾਣ ਹੀ ਰਹੇ ਅਸੀਂ ਆਹ ਕੁਛ ਨਾ ਲਿਆ ਮਹਾਰਾਜ ਤੋਂ, ਬਖਸ਼ਿਸ਼ਾਂ ਨਾ ਲਈਆਂ। ਕਰ ਸੇਵ ਤਿਨ ਕੀ ਤ੍ਰਿਪਤ ਭੇ ਨਹਿ। ਕਹਿੰਦੇ ਸੇਵਾ ਕਰਕੇ ਤੇ ਰੱਜੇ ਨੇ ਇੰਨਾ ਸਾਨੂੰ ਕਹਿੰਦੇ ਖੁਸ਼ਹਾਲ ਕੀਤਾ ਗੁਰੂ ਨਾਨਕ ਸਾਹਿਬ ਨੇ। ਪਾਏ ਦਰਸ ਅਮੋਲ। ਅਮੋਲਕ ਦਰਸ਼ਨ ਸਾਨੂੰ ਪ੍ਰਾਪਤ ਹੋਏ ਸਾਹਿਬਾਂ ਦੇ। ਭਜ ਸ਼ਰਨ ਗੁਰ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਕਹਿੰਦੇ ਵੀ ਭਾਈ ਸੰਤੋਖ ਸਿੰਘ
ਐਸੇ ਗੁਰੂ ਨਾਨਕ ਦੀ ਭਜ ਕੇ ਸ਼ਰਨ ਲੈ ਲੈ, ਭਜਨ ਕਰ ਗੁਰੂ ਨਾਨਕ ਦਾ। ਨਿਤ ਪਾਏ ਆਨੰਦ ਅਡੋਲ। ਇਹ ਤੋਂ ਅਡੋਲ ਹਮੇਸ਼ਾ ਹੀ ਆਨੰਦ ਦੀ ਪ੍ਰਾਪਤੀ ਕਰ ਲਵੇਂ, ਇਹ ਤੇਰੇ ਤੇ ਬਖਸ਼ਿਸ਼ ਹੋ ਜਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ ਭਜ ਕੇ ਸ਼ਰਨ ਲੈ ਲਾ। ਇੱਥੇ ਕਵੀ ਜੀ ਨੇ ਪ੍ਰਸੰਗ ਸੰਪੂਰਨ ਕੀਤਾ। ਸਮਾਂ ਵੀ ਜਿਹੜਾ ਹੈ ਸੰਪੂਰਨ ਹੈ, ਗੁਰੂ ਬਖਸ਼ਿਸ਼ ਕਰਨ। ਜਿਵੇਂ ਕਵੀ ਸਾਹਿਬ ਜੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਿਫਤਾਂ ਨੂੰ ਅਗਲੇ ਪ੍ਰਸੰਗ ਵਿੱਚ ਵਰਣਨ ਕਰਨਗੇ, ਸਮੇਂ ਅਨੁਸਾਰ ਸਰਵਣ ਕਰਾਂਗੇ। ਸਾਹਿਬ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ, ਆਪਣਾ ਪਿਆਰ ਸਾਡੇ ਹਿਰਦਿਆਂ 'ਚ ਵਸਾਉਣ, ਜਿਹਦੇ ਸਦਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਕਰ ਸੇਵ ਤਿਨ ਕੀ ਤ੍ਰਿਪਤ ਭੇ ਨਹਿ, ਪਾਏ ਦਰਸ ਅਮੋਲ। ਪਜ ਸ਼ਰਨ ਗੁਰ ਸੰਤੋਖ ਸਿੰਘ, ਨਿਤ ਪਾਏ ਆਨੰਦ ਅਡੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।